बातां आपां करांगे दुनिया भर च की हालात चल रहे हैं। सब तो पहला प्रोफैसर साहब तुहाडा स्वागत है जी। जी आयां नूं। बहुत मेहरबानी जी। प्रोफैसर साहब सब तो पहला तो वड्डी खबर तो अफगानिस्तान की है, दुनिया भर च चल रही, पर आपां अपने वतन की गल तो शुरू करते हाँ। इलैक्शन डिकलेयर करती टूडो साहब ने, जिहदियां बड़े चिर तो क्यास रहियां लग रही सीगियां। सो इलैक्शन का माहौल बन गया, अज तो कंपेन भी शुरू हो गई। मेरा सवाल तुहानूं पहला यह आ कि जदों आपोजिशन पार्टियां NDP ते कंजरवेटिव जिहड़े ने वो कोई अड़िका पा ही नहीं सी रहे, ते जिहड़ी मिनोरिटी सरकार है वो अपनी मर्जी नाल काम कर रही सी, और हर काम चो अपना ठीक ठाक उन्होंने सहयोग दे रहे सी। इत्थों तक कि लगता है कि आपोजिशन लीडर खास करके जगमीत नहीं बार बार जिद्दां कहंदे ना लिलकड़ियां वाली भाषा च कह रहे सी कि ना लोगों के सिर खर्चा पाया जाए। सो जिहड़ा सियासी हुंदा जी एक उनका कामकार, टूडो साहब ने जो वेख्या कि इस वेले हालात साजगार ने ते सरकार नूं मेजोरिटी च आपां लिजा सकते हैं, ते अपने मतलब मेजोरिटी सरकार जिहड़ी आ उहदी लोड़ टूडो साहब क्यों महसूस कर रहे सीगे जदों कि उन्हां दे काम 'च कोई रुकावट नहीं सी। एक वड्डा खर्चा हुंदा इलैक्शन दा, आपां जाणदे हां। हुण फंड रेजिंग हो रही आ, लोग जिहड़े आ पोलीटिकल लोग निकलणगे, कंपेनिंग होएगी, काफ़ी सारा खर्चा होएगा, क्योंकि जे असीं कोविड के हालात चों बाहर निकल रहे हैं अजे, तो इस इलैक्शन की जरूरत किन्नी कुं सी, उदा कैनेडा नूं किन्नी कुं जरूरत सी? ਇਹਦੇ ਬਾਰੇ ਦੋ ਵਿਚਾਰ ਨੇ ਜੀ हाँ जी। ਕਿ ਇਲੈਕਸ਼ਨ ਕਰਨੀ ਚਾਹੀਦੀ ਕਿ ਨਹੀਂ ਚਾਹੀਦੀ। ਦੇਖੋ, ਜਿਹੜਾ ਤਾਂ ਪੱਖ ਹੈਗਾ ਤੁਸੀਂ ਦੱਸਿਆ ਕਿ ਕੋਈ ਰੁਕਾਵਟ ਨਹੀਂ ਪੈ ਰਹੀ, ਉਹ ਬਿਲਕੁਲ ਠੀਕ ਆ, ਕੋਈ ਅੜਿੱਕਾ ਨਹੀਂ ਪੈ ਰਿਹਾ ਹੈਗਾ। ਪਰ ਦੂਜੇ ਬੰਨੇ ਇਹ ਆ ਕਿ ਹਰ ਮਿਨੋਰਿਟੀ ਗਵਰਨਮੈਂਟ ਨੂੰ ਇਹ ਖਤਰਾ ਰਹਿੰਦਾ ਆ ਕਿ ਕਿਸੇ ਵੀ ਵੇਲੇ ਜਿਹੜੀ ਉਹਦੀ ਕਾਰਵਾਈ ਹੈਗੀ ਆ ਉਹਦੇ 'ਚ ਰੁਕਾਵਟ ਪੈ ਸਕਦੀ ਆ। ਮਤਲਬ ਕਿ ਉਹਨਾਂ ਨੂੰ 100% ਦੀ ਕਾਨਫੀਡੈਂਸ ਨਹੀਂ ਹੁੰਦਾ ਹੈਗਾ। ਦੂਜੀ ਗੱਲ ਇਹ ਆ ਬਈ ਇਸ ਵੇਲੇ ਜਿਹੜੀ ਸਥਿਤੀ ਆ ਉਹਦੇ ਵਿੱਚ ਲਿਬਰਲ ਪਾਰਟੀ ਨੂੰ ਜਿਹਦੀ ਅਗਵਾਈ ਟਰੂਡੋ ਸਾਹਿਬ ਕਰਦੇ ਆ, ਉਹਨਾਂ ਨੂੰ ਇਹ ਲੱਗਦਾ ਆ ਬਈ ਇਸ ਵੇਲੇ ਸਾਡੀ ਪੋਜੀਸ਼ਨ ਜਿਹੜੀ ਆ ਉਹ ਬਿਹਤਰ ਆ, ਤੇ ਜੇ ਇਸ ਵੇਲੇ ਚੋਣ ਕਰਾਈ ਜਾਂਦੀ ਆ ਤਾਂ ਫਿਰ ਉਹਨਾਂ ਦੀ ਮੈਜੋਰਟੀ ਆਉਣ ਦੀ ਸੰਭਾਵਨਾ ਹੈ। ਸੋ ਦੋਨੇ ਹੀ ਪੱਖ ਠੀਕ ਨੇ। ਇਹ ਵੀ ਠੀਕ ਆ, ਇੱਕ ਬੰਨੇ ਅਜੇ ਕੋਵਿਡ ਦੀ ਸਥਿਤੀ ਚੋਂ ਦੇਸ਼ ਪੂਰੀ ਤਰ੍ਹਾਂ ਨਿਕਲਿਆ ਨਹੀਂ ਹੈ। ਜਿਹੜੀਆਂ ਸੰਭਾਵਨਾਵਾਂ ਆ ਬਈ ਕਿ ਚੌਥੀ ਲਹਿਰ ਵੀ ਆ ਸਕਦੀ ਆ, ਹੋਰ ਵਾਧਾ ਵੀ ਹੋ ਸਕਦਾ, ਪਰੰਤੂ ਜਿਹੜੇ ਰਾਜਨੀਤਿਕ ਲੋਕ ਹੁੰਦੇ ਆ, ਰਾਜਨੀਤਿਕ ਪਾਰਟੀਆਂ ਹੁੰਦੀਆਂ ਆ, ਉਹ ਸਭ ਤੋਂ ਪਹਿਲਾਂ ਆਪਣੀ ਪਾਰਟੀ ਦਾ ਲਾਭਾਨ ਸੋਚਦੇ ਆ। ਸੋ ਇਸ ਵੇਲੇ ਲਿਬਰਲ ਪਾਰਟੀ ਜਿਹੜੀ ਆ ਉਹਨੇ ਇਹੀ ਸੋਚ ਕੇ ਕਿ ਬਈ ਹਾਲਾਤ ਜਿਹੜੇ ਆ ਉਹ ਲਿਬਰਲਾਂ ਦੇ ਹੱਕ 'ਚ ਨੇ, ਤੇ ਇਸ ਕਰਕੇ ਉਹਨਾਂ ਨੇ ਇਹ ਜਿਹੜੀ ਚੋਣਾਂ ਦੀ ਚੋਣ ਕਰਾਉਣ ਦਾ ਫੈਸਲਾ ਕਰ ਲਿਆ ਹੈਗਾ। ਤੇ 20 ਸਤੰਬਰ ਨੂੰ ਹੁਣ ਵੋਟਾਂ ਪੈਣਗੀਆਂ। ਜਿਹੜੀ ਤੁਸੀਂ ਖਰਚੇ ਦੀ ਗੱਲ ਕੀਤੀ ਆ ਉਹ ਬਿਲਕੁਲ ਠੀਕ ਆ। ਅੱਜ ਹੀ ਮੈਂ ਦੇਖ ਰਿਹਾ ਸੀਗਾ ਕਿ ਪਾਰਟੀਆਂ ਜਿਹੜੀਆਂ ਉਹ ਬਾਹਰ ਨਿਕਲ ਵੀ ਪਈਆਂ ਨੇ, ਉਹਨਾਂ ਨੇ ਆਪਣੇ ਜਿਹੜੇ ਬੈਨਰ ਹੈਗੇ ਆ ਉਹ ਲਾਉਣੇ ਵੀ ਸ਼ੁਰੂ ਕਰ ਦਿੱਤੇ ਆ। ਹਰ ਸਟਰੀਟ ਦੇ ਉੱਤੇ ਕੋਸ਼ਿਸ਼ ਕਰ ਰਹੇ ਆ ਬਈ ਸਾਡੀ ਹੋਂਦ ਜਿਹੜੀ ਆ ਆਪਣੀ ਆਪਣੀ ਜਿਹੜਾ ਪਾਰਟੀ ਦਾ ਉਹਨਾਂ ਦਾ ਬੈਨਰ ਹੈਗਾ, ਜਿਹੜੇ ਸਾਈਨ ਹੈਗੇ ਆ ਪਾਰਟੀ ਦੇ, ਉਹ ਸਾਈਨ ਜਿਹੜੇ ਆ ਉਹ ਮੇਨ ਜਿਹੜੀਆਂ ਸਟਰੀਟਸ ਹੈਗੀਆਂ ਉਹਨਾਂ 'ਤੇ ਲਾਏ ਜਾ ਰਹੇ ਆ। ਤੇ ਇਸ ਕਰਕੇ ਬੇਸ਼ੱਕ ਚੋਣਾਂ ਦੇ ਉੱਤੇ ਖਰਚ ਹੁੰਦਾ ਆ, ਦੇਸ਼ ਦੀ ਇਕੋਨਮੀ ਦੇ ਉੱਤੇ ਭਾਰ ਪੈਂਦਾ ਆ, ਜਿਹੜਾ ਅਲਟੀਮੇਟਲੀ ਲੋਕਾਂ ਦੇ ਉੱਤੇ ਜਾ ਕੇ ਪੈਂਦਾ ਆ, ਕਿਉਂਕਿ ਟੈਕਸ ਪੇਅਰ ਦਾ ਹੀ ਜਿਹੜਾ ਖਰਚਾ ਪੈਸੇ ਆ ਉਹ ਖਰਚ ਹੁੰਦੇ ਆ। ਪਰ ਜਿਹੜੀ ਰਾਜਨੀਤਿਕ ਪਾਰਟੀਆਂ ਹੁੰਦੀਆਂ ਉਹਨਾਂ ਨੂੰ ਆਪਣੀ ਜਿਹੜੀ ਉਹਨਾਂ ਨੂੰ ਮੈਜੋਰਟੀ ਆਪਣੀ ਦਾ ਫਿਕਰ ਰਹਿੰਦਾ ਹੈਗਾ, ਔਰ ਉਹ ਆਪਣਾ ਲਾਭ ਸੋਚਦੀਆਂ ਹੈਗੀਆਂ। ਸੋ ਇਸ ਕਰਕੇ ਮੈਂ ਮਹਿਸੂਸ ਕਰਦਾ ਬਈ ਲਿਬਰਲ ਪਾਰਟੀ ਨੇ ਇਹ ਫੈਸਲਾ ਜਿਹੜਾ ਲਿਆ ਬਈ ਕਿ ਅਸੀਂ ਕਿਉਂ ਨਾ ਜਿਹੜੀ ਇੱਕ ਮੈਜੋਰਟੀ ਸਰਕਾਰ ਜਿਹੜੀ ਉਹ ਬਣਾ ਸਕੀਏ, ਤੇ ਉਹਨਾਂ ਨੂੰ ਲੱਗਦਾ ਆ ਕਿ ਇਹਨਾਂ ਹਾਲਾਤ ਦੇ ਵਿੱਚ ਮੈਜੋਰਟੀ ਜਿਹੜੀ ਆ ਉਹ ਲਿਬਰਲ ਨੂੰ ਮਿਲ ਸਕਦੀ ਆ। ਜੀ जी लगता ही नहीं, मेरे ख्याल आम जनता भी महसूस करती है कि लिबरल भारी बहुमत नाल जित जाणगे, च कोई दो रावां नहीं गया।
ਪਰ ਕੀ ਤੁਹਾਨੂੰ ਲੱਗਦਾ ਹੈ, ਜਿੱਦਾਂ ਆਪਾਂ ਬਰੈਂਪਟਨ 'ਚ ਬੈਠੇ ਆ ਤੇ ਅਸੀਂ ਦੇਖਦੇ ਆ ਕਿ ਇੱਥੋਂ ਕਾਫੀ ਸਾਰੇ ਕੈਂਡੀਡੇਟ ਆਪਣੀ ਕਮਿਊਨਿਟੀ ਦੇ ਜਾਂਦੇ ਆ, ਔਰ ਜਿਹੜੀਆਂ ਨੋਮੀਨੇਸ਼ਨਸ ਹੋਈਆਂ ਨੇ ਕੁਝ ਇੱਕ ਚੇਂਜਸ ਨੂੰ ਛੱਡ ਕੇ, ਤੇ ਤੁਹਾਨੂੰ ਕਿੱਦਾਂ ਲੱਗਦਾ ਹੈ ਕਿ ਲਿਬਰਲ ਪਾਰਟੀ ਦਾ ਜਿਹੜਾ ਵਾ ਉਹ ਪੁਰਾਣੀ ਹੀ ਲੀਡਰਸ਼ਿਪ ਜਿਹੜੀ ਹੈ ਇੱਥੋਂ ਸਾਰੇ ਜਾਣਗੇ, ਜਿੱਦਾਂ ਸਾਡੇ ਇੱਥੋਂ ਵੈਸਟ ਤੋਂ ਜਿਹੜੇ ਕੈਂਡੀਡੇਟ ਸੀਗੇ ਜਾਂ ਜਿਹੜੇ ਹੋਰ ਰੂਬੀ ਹਰੀ ਸੀਗੇ ਜਾਂ ਫਿਰ ਕਵਲ ਸੀਗੀ ਜਾਂ ਆਪਣੇ ਉਹ ਮਿਸਿਸ ਸਿੱਧੂ ਹੈਗੇ ਨੇ, ਇਹ ਸਾਰੇ ਕੈਂਡੀਡੇਟ ਸੇਮ ਰਹਿਣਗੇ ਹੁਣ, ਕਿਉਂਕਿ ਇਹਨਾਂ ਦੀ ਨੋਮੀਨੇਸ਼ਨ ਤੇ ਕੋਈ ਚੇਂਜ ਹੋਈ ਵਾਲਾ ਕੋਈ ਕੰਮ ਹੈ ਨਹੀਂ ਲੱਗਦਾ। ਤੇ ਤੁਹਾਨੂੰ ਕੀ ਲੱਗਦਾ ਕਿ ਲਿਬਰਲ ਦੇ ਉਮੀਦਵਾਰ ਲਗਭਗ ਉਹੀ ਰਹਿਣਗੇ? ਇਹ ਗਿੱਲ ਸਾਹਿਬ 100% ਜਿਹੜਾ ਇਹ ਹੁੰਦਾ ਹੈਗਾ ਆਮ ਤੌਰ ਤੇ ਕਿ ਜਿਹੜੇ ਸਿਟਿੰਗ ਐਮਪੀ ਹੁੰਦੇ ਆ, ਜਿੱਦਾਂ ਹੁਣ ਤੁਸੀਂ ਜ਼ਿਕਰ ਕੀਤਾ ਹੈਗਾ ਕਿ ਨਾਰਥ ਦੇ ਵਿੱਚ ਜਿਹੜੇ ਲਿਬਰਲ ਕੋਲ ਸੀਟ ਹੈਗੀ ਆ, ਈਸਟ ਦੇ ਵਿੱਚ ਵੀ ਹੈਗੀ ਆ, ਸਿਰਫ ਜਿਹੜੀ ਸੈਂਟਰ ਵਾਲੀ ਸੀਟ ਸੀਗੀ ਜਿੱਥੇ ਮਿਸਟਰ ਸੰਘਾ ਹਾਂਜੀ ਸੀਗੇ ਪਿਛਲੀ ਵਾਰੀ ਲਿਬਰਲ ਦੇ, ਉਹ ਤਬਦੀਲੀ ਉਹਨਾਂ ਨੇ ਕੀਤੀ ਆ ਤੇ ਉੱਥੇ ਮਿਸਟਰ ਅਲੀ ਜਿਹੜੇ ਆ ਉਹ ਆਏ ਆ ਨਵੇਂ ਕੈਂਡੀਡੇਟ। ਤੇ ਇਹ ਜਿਹੜੇ 4 ਕੈਂਡੀਡੇਟ ਆ, ਮਨਿੰਦਰ ਸਿੱਧੂ, ਰੂਬੀ ਸਹੋਤਾ, ਕਮਲ ਖਹਿਰਾ, ਸੋਨੀਆ ਸਿੱਧੂ, ਇਹ ਸੇਮ ਕੈਂਡੀਡੇਟ ਜਿਹੜੇ ਆ ਉਹ ਹੈਗੇ ਆ। ਔਰ ਇਹ 5 ਜਿਹੜੀਆਂ ਪਾਰਲੀਮੈਂਟ ਦੀਆਂ ਸੀਟਾਂ ਆ, ਇਹ 5 ਦੀਆਂ 5 ਪਿਛਲੀ ਵਾਰੀ ਲਿਬਰਲ ਕੋਲ ਸੀਗੀਆਂ ਤੇ ਐਤਕਾਂ ਤੁਸੀਂ ਦੇਖੋ ਹੁਣ ਬਈ ਊਠ ਕਿਸ ਕਰਵਟ ਬਹੇਗਾ, ਜਿੱਦਾਂ ਦੀ ਕੈਨੇਡਾ ਦੀ ਹਵਾ ਹੋਏਗੀ ਉਹਦੇ ਮੁਤਾਬਕ ਹੀ ਚੱਲੂਗਾ। ਕਾਲੂ ਸਾਹਿਬ, ਜਿਹੜੀ ਮਾਲਟਨ ਗੌਰ ਵਾਲੀ ਸੀਟ ਹੈ ਜਿੱਥੋਂ ਨਵਦੀਪ ਰੀਂਚ ਸੀਗੇ, ਉਹਦਾ ਕੀ ਪੋਜੀਸ਼ਨ ਹੈ? ਉਹਦੀ ਪੋਜੀਸ਼ਨ ਇਹ ਹੈਗੀ ਆ ਜੀ ਕਿ ਜਿਹੜੀ ਨਵਦੀਪ ਵਾਲੀ ਸੀਟ ਆ ਉਹ ਟ੍ਰੈਡੀਸ਼ਨਲੀ ਲਿਬਰਲ ਦੀ ਸੀਟ ਹੈਗੀ ਆ, ਔਰ ਉੱਥੋਂ ਜਿਹੜਾ ਵੀ ਕੈਂਡੀਡੇਟ ਖੜਾ ਹੋਏਗਾ ਉੱਥੇ ਲਿਬਰਲ ਜਿਹੜੀ ਆ ਉਹ ਉਹਨਾਂ ਦੇ ਜਿੱਤਣ ਦੀ ਸੰਭਾਵਨਾ ਆ। ਅਜੇ ਜਿੰਨਾ ਚਿਰ ਸਾਰੇ ਕੈਂਡੀਡੇਟ ਮੈਦਾਨ 'ਚ ਨਹੀਂ ਦਿਖਾਈ ਦਿੰਦੇ, ਕੰਪੇਨ ਭਖਦੀ ਨਹੀਂ, ਉਹਨਾਂ ਚਿਰ ਕਹਿਣਾ ਭਾਵੇਂ ਮੁਸ਼ਕਲ ਆ, ਪਰ ਰਵਾਇਤੀ ਤੌਰ ਦੇ ਉੱਤੇ ਉਹ ਲਿਬਰਲ ਦੀ ਸੀਟ ਹੈ ਜੀ। ਹਾਂ ਬਿਲਕੁਲ, ਮੈਨੂੰ ਪਤਾ ਉਹ ਲਿਬਰਲ ਦੀ ਸੀਟ ਤੇ ਹੈ, ਕਾਫੀ ਸਟਰੋਂਗ ਹੋਲਡ ਉੱਥੇ ਨਵਦੀਪ ਰਾਂ ਦਾ ਰਿਹਾ ਹੈ, ਪਰ ਹੁਣ ਉੱਥੇ ਨੋਮੀਨੇਸ਼ਨ ਹੋਈ ਨਹੀਂ ਜੀ, ਕੋਈ ਨਵੇਂ ਕੈਂਡੀਡੇਟ ਸੀਗੇ ਨਹੀਂ ਉੱਥੇ, ਹਰਕੀ ਲਿਬਰਲ ਨੇ ਅਜੇ ਅਨਾਉਂਸ ਨਹੀਂ ਕੀਤੇ, ਕਿਉਂਕਿ ਹੁਣ ਤਾਂ ਇਲੈਕਸ਼ਨ ਡਿਕਲੇਅਰ ਹੋ ਗਈ ਔਰ ਹੁਣ ਤਾਂ ਕੰਪੇਨਿੰਗ ਦਾ ਸਮਾਂ ਆ ਗਿਆ। ਉਹਦੇ ਬਾਰੇ ਸਟੀਕ ਜਾਣਕਾਰੀ ਮੇਰੇ ਕੋਲ ਲੇਟੈਸਟ ਹੈ ਨਹੀਂ ਗੀ, ਪਰ ਫਿਰ ਵੀ ਇਹ ਆ ਕਿ ਜਿਹੜਾ ਵੀ ਉੱਥੋਂ ਕੈਂਡੀਡੇਟ ਆਏਗਾ ਲਿਬਰਲ ਦਾ ਉਹ ਅਪਰ ਹੈਂਡ ਉਹਦਾ ਹੋਏਗਾ। ਬਿਲਕੁਲ, ਔਰ ਸੈਂਟਰ ਤੋਂ ਜਿਹੜੇ ਕੰਜ਼ਰਵੇਟਿਵ ਕੈਂਡੀਡੇਟ ਨੇ ਜੀ, ਉਹ ਮੇਰੇ ਕਾਲਜ ਦੇ ਨੇ, ਜਗਦੀਪ ਰੀ, ਲਾਸਟ ਟਾਈਮ ਉਹ ਰਹਿ ਗਏ ਸੀਗੇ, ਹਰਕੀ ਉਹਨਾਂ ਨੂੰ ਨੋਮੀਨੇਸ਼ਨ ਹੀ ਸਿੱਧਾ ਹੀ ਉਹਨਾਂ ਨੇ ਪਾਰਟੀ ਨੇ ਦੇ ਦਿੱਤੀ ਜਗ੍ਹਾ। ਤੇ ਦੂਜੇ ਪਾਸੇ ਬੌਬ ਦਸਾਂਝ ਰੀ, ਮੈਨੂੰ ਲੱਗਦਾ ਮਾਲਟਨ ਗੌਰ ਤੋਂ ਕੈਂਡੀਡੇਟ ਨੇ ਕੰਜ਼ਰਵੇਟਿਵ ਦੇ। ਇਹਨਾਂ ਕੈਂਡੀਡੇਟ ਬਾਰੇ ਤੁਹਾਡੇ ਕੋਲ ਜਾਣਕਾਰੀ ਹੈ, ਖਾਸ ਕਰਕੇ ਬੌਬ ਦਸਾਂਝ ਬਾਰੇ? ਜਗਦੀਪ ਸਾਡਾ ਮਿੱਤਰ ਹੈ, ਪਰ ਮੈਨੂੰ ਲੱਗਦਾ ਕਿ ਉਹ ਕਾਫੀ ਵੀਕ ਕੈਂਡੀਡੇਟ ਹੈ ਸੈਂਟਰ ਦੇ ਵਿੱਚ, ਉਹ ਕੋਈ ਬਹੁਤੀ ਟੱਕਰ ਨਹੀਂ ਦੇ ਪਾਏਗਾ। ਇਹ ਦੋਨੇ ਹੀ ਕੈਂਡੀਡੇਟ ਜਿਹੜੇ ਆ ਜੀ, ਇਹਨਾਂ ਦੀ ਕੋਈ ਬਹੁਤੀ ਜਿਹੜੀ ਪੋਲੀਟੀਕਲ ਵਕਾਰ ਜਿਹੜਾ ਹੈਗਾ ਜਗਦੀਪ ਦਾ ਵੀ ਔਰ ਬੌਬ ਹੋਰਾਂ ਦਾ ਵੀ, ਉਹ ਉਹਨਾਂ ਜ਼ਿਆਦਾ ਨਹੀਂ ਹੈ। ਤੇ ਦੂਜੀ ਗੱਲ ਇਹ ਆ ਵੀ ਜਿਹੜੀ ਕੰਜ਼ਰਵੇਟਿਵ ਪਾਰਟੀ ਆ ਉਹ ਵੈਸੇ ਵੀ ਦੂਜੇ ਨੰਬਰ ਤੇ ਆ। ਪਹਿਲਾਂ ਹੀ ਦੇਖੋ ਜਿਹੜਾ ਇਸ ਵੇਲੇ ਪੋਜੀਸ਼ਨ ਹੈ ਨਾ ਫੈਡਰਲ ਦੀ, ਉਹਦੇ 'ਚ ਲਿਬਰਲ ਕੋਲ 35% ਵੋਟ ਦਾ ਅੰਦਾਜ਼ਾ ਲੱਗਦਾ ਹੈਗਾ ਜਿਹੜੇ, ਤੇ ਜਿਹੜੀ ਕੰਜ਼ਰਵੇਟਿਵ ਆ ਇਹ 29% ਤੇ ਆ, ਤੇ NDP ਹੈਗੀ ਆ 19.3 ਤੇ। ਬਾਕੀ ਜਿਹੜਾ ਬਲਾਕ ਕੁਬੈਕ ਵਾ ਉਹ 6.6 ਤੇ ਆ, ਤੇ ਗ੍ਰੀਨ ਪਾਰਟੀ ਜਿਹੜੀ ਆ 5.1 ਤੇ ਆ। ਯਾਨੀ ਜੇ ਅਸੀਂ ਫੈਡਰਲ ਲੈਵਲ ਤੇ ਦੇਖੀਏ ਤਾਂ ਲਿਬਰਲ ਕੋਲ ਇਸ ਵੇਲੇ 35% ਵੋਟ ਹੈਗੀ ਆ ਤੇ ਕੰਜ਼ਰਵੇਟਿਵ ਕੋਲ ਹੈਗੀ ਆ 29%। ਇਹ ਜਿਹੜਾ 6% ਦਾ ਫਰਕ ਆ, ਇਹ ਮੈਨੂੰ ਲੱਗਦਾ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਗੈਪ ਹੋਰ ਵੱਧ ਜਾਣਾ ਆ, ਕਿਉਂਕਿ ਜਦੋਂ ਕੰਪੇਨ ਭਖਣੀ ਆ ਤਾਂ NDP ਦੀ ਜਿਹੜੀ ਵੋਟ ਹੈਗੀ ਆ ਉਹ ਟ੍ਰਾਂਸਫਰ ਹੋਏਗੀ ਲਿਬਰਲ ਨੂੰ। ਸੋ ਉਹ ਜਿਹੜੀ ਇਸ ਵੇਲੇ ਉਹਨਾਂ ਦੀ ਸਟੈਂਡਿੰਗ ਹੈਗੀ NDP ਦੀ 19.3, ਇਹ ਥੱਲੇ ਜਾਊਗੀ, ਤੇ ਜਿਹੜਾ ਲਿਬਰਲ ਦੀ ਹੈਗੀ ਆ 35% ਉਹ ਉੱਪਰ ਜਾਏਗੀ। ਸੋ ਇੱਕ ਤਾਂ ਇਹ ਆ ਕਿ ਫੈਡਰਲ ਲੈਵਲ ਦੇ ਉੱਤੇ ਹੀ ਜਿਹੜੀ ਪਾਰਟੀ ਡਾਊਨ ਹੈਗੀ ਆ,
ਤੇ ਉਹਦੇ ਵਿੱਚ ਕੈਂਡੀਡੇਟ ਵੀ ਇਹ ਨਵੇਂ ਹੋਣਗੇ। ਨਵੇਂ ਦਾ ਮਤਲਬ ਇਹ ਆ ਕਿ ਪਹਿਲਾਂ ਇਹਨਾਂ ਨੇ ਕਦੀ ਜਿੱਤ ਹਾਸਲ ਨਹੀਂ ਕੀਤੀ, ਜਾਂ ਇਹਨਾਂ ਦਾ ਕੋਈ ਬਹੁਤ ਜ਼ਿਆਦਾ ਵਕਾਰ ਜਿਹੜਾ ਹੈਗਾ ਇਹਨਾਂ ਹਲਕਿਆਂ ਦੇ ਵਿੱਚ ਨਹੀਂ ਹੈ। ਸੋ ਇਸ ਕਰਕੇ ਕਿਸੇ ਵੀ ਕੈਂਡੀਡੇਟ ਬਾਰੇ ਨਿੱਜੀ ਤੌਰ ਤੇ ਅਸੀਂ ਕੋਈ ਨਿਰਣਾ ਕਰਨ ਦੇ ਹੱਕ 'ਚ ਨਹੀਂ ਹੈਗੇ ਆਪਣੇ, ਕਿਉਂਕਿ ਅਸੀਂ ਨਾ ਕਿਸੇ ਦੇ ਸਪੋਰਟਰ ਆ ਨਾ ਕਿਸੇ ਦੇ ਵਿਰੋਧੀ ਆ। ਅਸੀਂ ਤਾਂ ਕੇਵਲ ਜਿਹੜੀ ਪੋਜੀਸ਼ਨ ਹੈਗੀ ਆ ਉਹਦੀ ਜਿਹੜੀ ਆ ਥੋੜੀ ਬਹੁਤੀ ਆਪਣੀ ਰਾਏ ਦੇ ਸਕਦੇ ਆ। ਜੀ ਬਿਲਕੁਲ। ਤੇ ਨਾ ਕਿਸੇ ਦੇ ਖਿਲਾਫ ਆ ਅਸੀਂ, ਨਾ ਕਿਸੇ ਦੇ ਹੱਕ 'ਚ ਆ। ਪਰ ਇਹ ਠੀਕ ਆ ਕਿ ਜਿਹੜੇ ਕੈਂਡੀਡੇਟ ਹੈਗੇ ਨੇ ਕੰਜ਼ਰਵੇਟਿਵ, ਜਿਨ੍ਹਾਂ ਦੇ ਤੁਸੀਂ ਦੋਨਾਂ ਦੇ ਨਾਂ ਲਏ ਆ, ਇਹਨਾਂ ਦਾ ਕੋਈ ਬਹੁਤਾ ਰਾਜਨੀਤਿਕ ਵਕਾਰ ਜਿਹੜਾ ਉਹ ਹੈ ਨਹੀਂਗਾ। ਨਾ ਹੀ ਆਪਣੀ ਕਮਿਊਨਿਟੀ 'ਚ ਵੀ ਮੇਰਾ ਖਿਆਲ ਕੋਈ ਬਹੁਤ ਜ਼ਿਆਦਾ ਇਹਨਾਂ ਦਾ ਜਿਹੜਾ ਦਖਲ ਕਹਿ ਲਓ ਜਾਂ ਕੋਈ ਵਰਕ ਜਿਹੜਾ ਹੈਗਾ ਕੰਮਕਾਰ, ਉਹ ਬਹੁਤਾ ਜ਼ਿਆਦਾ ਕਿਤੇ ਕੋਈ ਇਹਨਾਂ ਦੀ ਹਿਸਟਰੀ ਜਿਹੜੀ ਹੈਗੀ ਆ ਉਹ ਇਸ ਕਿਸਮ ਦੀ ਨਹੀਂ ਹੈ। ਪ੍ਰੋਫੈਸਰ ਸਾਹਿਬ, ਤੁਹਾਨੂੰ ਯਾਦ ਹੋਵੇ ਤੇ ਪਿਛਲੀ ਵਾਰ ਜਿਹੜੇ ਕੰਜ਼ਰਵੇਟਿਵ ਦੇ ਬਲਜੀਤ, ਸ਼ਾਇਦ ਉਹਨਾਂ ਦਾ ਨਾਂ ਸੀ, ਮੰਤਰੀ ਰਹੇ ਨੇ ਸਪੋਰਟਸ ਦੇ ਵੀ, ਉਹਨਾਂ ਦੀ ਵਾਈਫ ਨੂੰ ਵੀ ਕਿਤੋਂ ਚੋਣ ਲੜਾਈ ਗਈ ਸੀਗੀ। ਔਰ ਇੱਕ ਕਮਲ ਖਹਿਰਾ ਦੇ ਮੁਕਾਬਲੇ ਬੰਬੇ ਤੋਂ ਇੱਕ ਵਕੀਲ ਸੀਗੇ, ਸ਼ਾਇਦ ਉਹਨਾਂ ਦਾ ਨਾਂ ਤਾਪੜੀਆ ਟਾਈਪ ਕੁਛ ਐਸਾ ਨਾਂ ਸੀਗਾ ਉਹਨਾਂ ਦਾ, ਉਹ ਫਿਰ ਮੈਦਾਨ 'ਚ ਰਹਿਣਗੇ। ਜਿਹੜੇ ਕੈਂਡੀਡੇਟ ਪਿਛਲੀ ਵਾਰ ਕੋਈ ਆਪਣਾ ਅਸਰ ਨਹੀਂ ਦਿਖਾ ਸਕੇ ਸੀ, ਕੰਜ਼ਰਵੇਟਿਵ ਜਿਹੜੀ ਪਾਰਟੀ ਆ, ਕਿ ਉਹਨਾਂ 'ਤੇ ਆਪਣਾ ਭਰੋਸਾ ਰੱਖੇਗੀ ਜਾਂ ਉਹਨਾਂ ਦੀ ਰੱਦੋ ਬਦਲ ਦੇ ਵੀ ਕੋਈ ਚਾਂਸ ਨਜ਼ਰ ਆ ਰਿਹਾ? ਦੇਖੋ, ਆਮ ਤੌਰ ਤੇ ਤਾਂ ਇਹੀ ਹੁੰਦਾ ਹੈਗਾ ਕਿ ਜਿਨ੍ਹਾਂ ਨੇ ਪਿਛਲੀ ਵਾਰੀ ਚੋਣ ਲੜੀ ਆ ਉਹ ਦਾਅਵਾ ਪੇਸ਼ ਕਰਦੇ ਆ ਕਿ ਅਸੀਂ ਪਿਛਲੀ ਵਾਰੀ ਕੈਂਡੀਡੇਟ ਸੀਗੇ ਤੇ ਇਸ ਕਰਕੇ ਸਾਨੂੰ ਉਮੀਦਵਾਰ ਬਣਾਇਆ ਜਾਵੇ। ਤੇ ਲੱਗਦਾ ਇਹੀ ਆ ਵੀ ਉਹਨਾਂ ਨੂੰ ਵੀ ਚੋਣ ਲੜਾਉਣ ਦੀਆਂ ਸੰਭਾਵਨਾਵਾਂ ਹੈ ਨੇ। ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਬਾਕੀ ਸਾਰੀਆਂ ਜਿਹੜੀਆਂ ਗੱਲਾਂ ਆ ਉਹ ਕਲੀਅਰ ਹੋ ਜਾਣਗੀਆਂ। ਬਿਲਕੁਲ ਜੀ। ਕੱਲ ਦੇ ਪ੍ਰੋਗਰਾਮ 'ਚ ਅਸੀਂ ਵਿਸ਼ੇਸ਼ ਤੌਰ ਤੇ ਜਿਹੜੀ ਆਪਣੀ ਇਲੈਕਸ਼ਨ ਦਾ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਡਾਕਟਰ ਸ਼ਾਰਦਾ ਵੀ ਹੋਣਗੇ। ਕਾਫੀ ਜਾਣਕਾਰੀ, ਉਹ ਲੋਕਲ ਲੰਬੇ ਸਮੇਂ ਤੋਂ ਇੱਥੇ ਰਹਿੰਦੇ ਆ ਔਰ ਇੱਥੋਂ ਦੀ ਸਾਰੀ ਹਲਚਲ ਜਿਹੜੀ ਆ ਉਹਨਾਂ ਦੇ ਨੋਟਿਸ 'ਚ ਹੁੰਦੀ ਆ। ਕਿਸ ਤਰ੍ਹਾਂ ਦੀਆਂ ਧਿਰਾਂ ਨੇ, ਕਿਹਨੂੰ ਕੌਣ ਸਪੋਰਟ ਕਰ ਰਿਹਾ, ਕਿਸ ਤਰ੍ਹਾਂ ਦੇ ਚਾਂਸ ਨੇ। ਔਰ ਮੈਨੂੰ ਇੱਕ ਸੱਜਣ ਅੱਜ ਕਹਿ ਰਹੇ ਸੀ ਕਿ ਤੁਸੀਂ ਮੈਨੂੰ ਦੱਸਿਆ ਕਿ ਐਨਡੀਪੀ ਜਿਹੜੀ ਆ ਉਹ ਲੂਜ਼ ਕਰੇਗੀ, ਪਰ ਮੈਨੂੰ ਅੱਜ ਇੱਕ ਸੱਜਣ ਦਾ ਫੋਨ ਆਇਆ ਸੀ ਦੁਪਹਿਰ ਦੇ ਟਾਈਮ, ਆਪਾਂ 19.3 ਦੱਸ ਰਹੇ, ਪਰ ਉਹ ਕਹਿ ਰਹੇ ਸੀ ਕਿ 21 ਤੋਂ 22% ਤੱਕ ਜਿਹੜੀ ਜਗਮੀਤ ਰਾਂ ਦੀ ਫਾਲੋਇੰਗ ਹੈਗੀ ਆ ਇਸ ਵੇਲੇ। ਤੇ ਜਗਮੀਤ ਰੀ ਵੀ ਸਟਰੋਂਗ ਟੱਕਰ ਜਿਹੜੇ ਆ ਉਹ ਦੇ ਸਕਦੇ ਆ। ਸਗੋਂ ਉਲਟਾ ਇਹ ਹੋਏਗਾ ਕਿ ਘੱਟੋ ਘੱਟ ਜਿਹੜੇ ਪੰਜਾਬੀ ਏਰੀਏ ਨੇ ਉਹਨਾਂ ਦੇ ਵਿੱਚ ਕੰਜ਼ਰਵੇਟਿਵ ਜਿਹੜੇ ਉਹ ਤੀਜੇ ਥਾਂ ਤੇ ਰਹਿਣਗੇ। ਮੇਨ ਲੜਾਈ ਜਿਹੜੀ ਆ ਉਹ ਐਨਡੀਪੀ ਨਾਲ ਹੋਣ ਦੀ ਸੰਭਾਵਨਾ ਹੈ। ਇਹ ਦੇਖੋ, ਕਿਆਸ ਰਾਈਆਂ ਲਾਉਣ ਦਾ ਹਰ ਇੱਕ ਨੂੰ ਅਧਿਕਾਰ ਹੈਗਾ, ਪਰੰਤੂ ਇਹਦੇ ਵਿੱਚ ਕਿਉਂਕਿ ਜਗਮੀਤ ਸਿੰਘ ਹੁਣੀ ਆਪੋਜੀਸ਼ਨ 'ਚ ਰਹੇ ਹੈਗੇ ਆ ਤੇ ਨਾਲ ਦੀ ਨਾਲ ਜਿਹੜੀ ਗੌਰਮੈਂਟ ਆ ਉਹਨੂੰ ਸਪੋਰਟ ਵੀ ਕਰਦੇ ਰਹੇ ਆ। ਐਨਡੀਪੀ ਸਪੋਰਟ ਕਰਦੀ ਰਹੀ ਆ ਲਿਬਰਲ ਨੂੰ, ਤੇ ਜਿਹੜੀਆਂ ਲਿਬਰਲ ਦੀਆਂ ਪ੍ਰਾਪਤੀਆਂ ਆ ਉਹ ਤਾਂ ਲਿਬਰਲ ਨੂੰ ਮਿਲਣਗੀਆਂ। ਲਿਬਰਲ ਜਿਹੜੇ ਆ ਉਹ ਦੱਸਣਗੇ ਵੀ ਅਸੀਂ ਆਪਣੇ ਕਰੋਨਾ ਕਾਲ 'ਚ ਇਹ ਕੀਤਾ ਹੈਗਾ, ਲੋਕਾਂ ਦੀ ਮਦਦ ਕੀਤੀ ਆ, ਇਮੀਗ੍ਰੇਸ਼ਨ ਕੀਤੀ ਵਗੈਰਾ ਵਗੈਰਾ। ਉਹ ਜਿਹੜੇ ਉਹਨਾਂ ਨੇ ਕੰਮ ਕੀਤੇ ਆ ਉਹ ਤਾਂ ਜਾਣਗੇ ਉਹਨਾਂ ਦੇ ਖਾਤੇ 'ਚ। ਤੇ ਜਗਮੀਤ ਹੁਣੀ ਬੇਸ਼ੱਕ ਉਹਨੂੰ ਐਨਡੀਪੀ ਜਿਹੜੀ ਆ ਸਪੋਰਟ ਕਰਦੀ ਰਹੀ ਆ ਉਹਨਾਂ ਦੇ ਪ੍ਰੋਗਰਾਮਾਂ ਨੂੰ, ਪਰ ਉਹਨਾਂ ਨੂੰ ਕ੍ਰੈਡਿਟ ਇਹਦਾ ਨਹੀਂ ਮਿਲਣਾ। ਕ੍ਰੈਡਿਟ ਜਿਹੜੀ ਰਾਜ ਕਰਦੀ ਪਾਰਟੀ ਆ ਉਹਨਾਂ ਨੂੰ ਮਿਲਣਾ ਆ। ਇਸ ਕਰਕੇ ਮੈਂ ਨਹੀਂ ਮਹਿਸੂਸ ਕਰਦਾ ਕਿ ਜਿਹੜੀ ਐਨਡੀਪੀ ਆ ਉਹਦੀ ਜ਼ਿਆਦਾ ਵੋਟ ਵਧੇਗੀ ਤੇ ਲਿਬਰਲ ਦੀ ਘਟੇਗੀ। ਸਗੋਂ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਐਨਡੀਪੀ ਦੀ ਘਟਣ ਦੀ ਸੰਭਾਵਨਾ ਆ ਤੇ ਲਿਬਰਲ ਦੀ ਵਧੇਗੀ, ਕਿਉਂਕਿ ਲੋਕਾਂ ਨੇ ਦੇਖੋ ਪੱਕੀਆਂ ਵੋਟਾਂ ਤਾਂ ਸਾਰੀਆਂ ਪਾਰਟੀ ਦੀਆਂ ਸੀਮਤ ਹੁੰਦੀਆਂ। ਜਿਹੜੀ ਫੈਂਸ ਤੇ ਬੈਠੀ ਹੋਈ ਵੋਟ ਆ, ਫਲੋਟਿੰਗ ਵੋਟ ਆ, ਉਹਨੇ ਕੀ ਦੇਖਣਾ ਆ? ਉਹਨੇ ਦੇਖਣਾ ਆ ਕਿ ਫੈਡਰਲ ਗਵਰਨਮੈਂਟ ਕਿਹਦੀ ਬਣ ਰਹੀ ਹੈਗੀ ਆ। ਜੇ ਲਿਬਰਲਾਂ ਦੀ ਗਵਰਨਮੈਂਟ ਬਣਦੀ ਆ ਤਾਂ ਜਿਹੜੀ ਫਲੋਟਿੰਗ ਵੋਟ ਹੈਗੀ ਆ ਜਾਂ ਜਿਹੜੀ ਫੈਂਸ ਤੇ ਬੈਠੀ ਹੋਈ ਵੋਟ ਆ ਉਹ ਉਧਰ ਨੂੰ ਸ਼ਿਫਟ ਹੋਏਗੀ। ਇਸ ਵੇਲੇ ਜਿਹੜਾ ਮਾਹੌਲ ਆ ਉਹ ਲਿਬਰਲਾਂ ਦੇ ਹੱਕ ਦੇ ਵਿੱਚ ਆ। ਐਨਡੀਪੀ ਨੂੰ ਜਾਂ ਜਗਮੀਤ ਸਿੰਘ ਨੂੰ ਬੇਸ਼ੱਕ ਲੋਕ ਪਸੰਦ ਕਰਦੇ ਹੋਣ, ਪਰ ਇੱਕ ਵੋਟਰਾਂ ਦਾ ਬਹੁਤ ਹਿੱਸਾ ਜਿਹੜਾ ਉਹ ਇਹ ਹੁੰਦਾ ਹੈਗਾ ਵੀ ਠੀਕ ਆ, ਇਹ ਚੰਗੇ ਬੰਦੇ ਵੀ ਆ, ਸਾਡੀ ਕਮਿਊਨਿਟੀ ਦੇ ਵੀ ਆ, ਪਰ ਸਰਕਾਰ ਕਿਉਂਕਿ ਇਹਨਾਂ ਦੀ ਨਹੀਂ ਬਣਨੀ, ਇਸ ਕਰਕੇ ਆਪਣੀ ਵੋਟ ਜਿਹੜੀ ਹੈਗੀ ਆ ਉਹਨੂੰ ਆਪਾਂ ਖਰਾਬ ਨਾ ਕਰੀਏ, ਅਸੀਂ ਜੇਤੂ ਪਾਰਟੀ ਨੂੰ ਵੋਟ ਕਰੀਏ। ਸੋ ਮੇਰੀ ਜਿਹੜੀ ਫੀਲਿੰਗ ਆ, ਮੇਰੀ ਸਮਝ ਇਸ ਕਿਸਮ ਦੀ ਆ। ਬਿਲਕੁਲ ਠੀਕ ਹੈ ਆਪਣੇ ਪ੍ਰੋਫੈਸਰ, ਪਰ ਤੁਸੀਂ ਕਹਿ ਰਹੇ ਹੋ ਨਾ ਕਿ ਜਿਹੜੀ ਫਿਕਸ ਵੋਟ ਹੁੰਦੀ ਪਾਰਟੀਆਂ ਨਾਲ ਵੱਜੀ ਹੋਈ ਵੋਟ ਉਹ ਘੱਟ ਹੁੰਦੀ ਆ। ਮੇਰਾ ਮੰਨਣਾ ਦੂਜੀ ਤਰ੍ਹਾਂ ਆ ਕਿ ਜਿਹੜੀ
ਫਿਕਸ ਵੋਟ ਆ ਜ਼ਿਆਦਾ ਹੁੰਦੀ ਆ, ਫਲੋਟਿੰਗ ਵੋਟ ਜਿਹੜੀ ਆ ਇਹੀ ਜਿਹੜਾ 22 27 ਤੇ 32 30 32 ਦਾ ਫਰਕ ਰਹਿੰਦਾ 5-6% ਦਾ, ਇਹੀ ਵੋਟ ਫਲੋਟਿੰਗ ਹੁੰਦੀ ਆ। ਬਾਕੀ ਵੋਟ ਜਿਹੜੀ ਆ ਉਹ ਤੇ ਉਹਨਾਂ ਦੀ ਡੈਡੀਕੇਟਡ ਜਿਹੜੇ ਕਾਡਰ ਹੁੰਦਾ ਉਹ ਮੇਰੇ ਖਿਆਲ ਉਹ ਟੁੱਟਦਾ ਨਹੀਂ, ਜਿਹੜੇ ਬੜੇ ਮਾਣ ਨਾਲ ਕਹਿਣਾ ਚਾਹੁੰਦੇ ਹੁੰਦੇ ਕਿ ਮੈਂ NDP ਆ, ਮੈਂ ਲਿਬਰਲ ਆ ਜਾਂ ਮੈਂ ਕੰਜ਼ਰਵੇਟਿਵ ਆ ਸ਼ੁਰੂ ਤੋਂ ਹੀ। ਸੋ ਉਹ ਵੋਟ ਜਿਹੜੀ ਆ ਉਹ ਜ਼ਿਆਦਾ ਮਿਕਦਾਰ 'ਚ ਹੁੰਦੀ ਆ। ਫਲੋਟਿੰਗ ਵੋਟ ਜਿਹੜੀ ਆ ਉਹ ਡਿਸੀਜਨ ਕਰਨ ਦੇ ਵਿੱਚ ਹੁੰਦੀ ਆ ਕਿ ਕਿਹੜੀ ਸਰਕਾਰ ਬਣੇਗੀ। ਪਰ ਇੱਕ ਸਵਾਲ ਇੱਥੇ ਮੈਂ ਤੁਹਾਡੇ ਨਾਲ ਹੋਰ ਸਾਂਝਾ ਕਰਨਾ ਚਾਹੁੰਦਾ ਹਾਂ। ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਦੇਸ਼ ਹਿੱਤ ਵਿੱਚ ਜਦੋਂ ਪੋਲੀਟੀਕਲ ਪਾਰਟੀਆਂ ਮਿਲ ਜੁਲ ਕੇ ਕੰਮ ਕਰਦੀਆਂ, ਸਰਕਾਰ ਚਲਾਉਂਦੀਆਂ ਤੇ ਦੇਸ਼ ਅੱਗੇ ਜਾਂਦਾ। ਪਰ ਕਿਤੇ ਕਿਤੇ ਇਦਾਂ ਦੇਖਿਆ ਜਾਂਦਾ ਹੈ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਜਦੋਂ ਉਹ ਸਰਕਾਰੀ ਪੱਖ ਨਾਲ ਮਿਲ ਕੇ ਸਰਕਾਰ ਚਲਾ ਰਹੀਆਂ ਹੁੰਦੀਆਂ ਨੇ, ਭਾਵੇਂ ਉਹ 'ਚ ਸ਼ਾਮਲ ਹੋਣ ਭਾਵੇਂ ਨਾ ਹੋਣ, ਸਰਕਾਰ ਦੇ ਏਜੰਡੇ ਦੇ ਉੱਤੇ ਮੋਹਰ ਲਾਈ ਜਾਣ, ਤੇ ਫਿਰ ਉਹ ਆਪੋਜੀਸ਼ਨ ਵਾਲਾ ਰੋਲ ਜਿਹੜਾ ਉਹ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦਾ, ਜਿਹਦਾ ਕਰਕੇ ਜਿਹੜੀ ਆਪੋਜੀਸ਼ਨ ਪਾਰਟੀਆਂ ਨੇ ਅੱਗੇ ਜਾ ਕੇ ਟੱਕਰ ਦੇਣੀ ਹੁੰਦੀ ਆ ਉਹ ਕਿਤੇ ਨਾ ਕਿਤੇ ਕਮਜ਼ੋਰ ਪੈ ਜਾਂਦੀਆਂ ਨੇ। ਆਪਾਂ ਭਾਰਤ ਵਿੱਚ ਵੀ ਵੇਖਿਆ, ਅਸੀਂ ਕਹਿੰਦੇ ਆ ਕਿ ਮਿਲ ਜੁਲ ਕੇ ਸਰਕਾਰਾਂ ਚੱਲਦੀਆਂ ਨੇ, ਇਹ ਆਪਣੇ ਇੱਕ ਦੂਜੇ ਨਾਲ ਵਾਰੀ ਵਟਾ ਕਰਦੀਆਂ। ਇੱਥੇ ਤੇ ਵਾਰੀ ਵਟਾ ਵਾਲਾ ਵੀ ਮੌਕਾ ਨਹੀਂ ਆਉਂਦਾ। ਇੱਥੇ ਤੇ ਜਿਹੜਾ ਬੰਦਾ ਵੀ ਸਰਕਾਰ ਨਾਲ ਮਿਲ ਕੇ ਚੱਲਣ ਵਾਲਾ ਗਰੁੱਪ ਹੁੰਦਾ ਉਹ ਹਮੇਸ਼ਾ ਹੀ ਘਾਟੇ 'ਚ ਰਹਿ ਜਾਂਦਾ, ਕਿਉਂਕਿ ਉਹ ਆਪੋਜੀਸ਼ਨ ਦਾ ਰੋਲ ਵੀ ਅਦਾ ਨਹੀਂ ਕੀਤਾ ਹੁੰਦਾ ਉਹਨੇ। ਮੈਂ ਇੱਕ ਸੰਕੇਤ ਪਹਿਲਾਂ ਦਿੱਤਾ ਆ ਭਈ ਜਗਮੀਤ ਸਿੰਘ ਦੀ NDP ਜਿਹੜੀ ਆ ਉਹਨੂੰ ਕੋਈ ਕ੍ਰੈਡਿਟ ਨਹੀਂ ਮਿਲਣਾ ਜੀ। ਕ੍ਰੈਡਿਟ ਮਿਲਣਾ ਹੈਗਾ ਜਿਹੜੇ ਲਿਬਰਲ ਰਾਜ ਕਰਦੇ ਆ ਉਹਨਾਂ ਨੂੰ, ਜੋ ਵੀ ਭਾਵੇਂ ਜਗਮੀਤ ਉਹਨਾਂ ਨੇ ਸਪੋਰਟ ਕੀਤਾ ਉਹਨਾਂ ਚੀਜ਼ਾਂ ਨੂੰ, ਪਰ ਸਪੋਰਟ ਨੂੰ ਕਿਸੇ ਨੇ ਨਹੀਂ ਵੇਖਣਾ ਇਹ ਆ ਵੀ ਇਹ ਕੀਤਾ ਕਿੰਨੇ ਹੈਗਾ। ਤੇ ਅਪੋਜੀਸ਼ਨ ਦਾ ਰੋਲ ਜਿਹੜਾ ਹੈਗਾ ਉਹ ਵੀ ਕਹਿ ਲਓ ਬਦਕਿਸਮਤੀ ਨੂੰ NDP ਤਾਂ ਸਪੋਰਟ ਕਰਦੀ ਸੀਗੀ, ਉਹਨੇ ਤਾਂ ਅਪੋਜੀਸ਼ਨ ਦਾ ਰੋਲ ਪਲੇ ਕਰ ਨਹੀਂ ਸਕਣਾ ਸੀਗਾ। ਪਰ ਜਿਹੜੀ ਕੰਜ਼ਰਵੇਟਿਵ ਪਾਰਟੀ ਆ ਉਹਨੇ ਵੀ ਕੋਈ ਅਪੋਜੀਸ਼ਨ ਵਾਲਾ ਰੋਲ ਜਿਹੜਾ ਹੈਗਾ ਉਹ ਪਲੇ ਨਹੀਂਗਾ ਕੀਤਾ। ਇਸ ਕਰਕੇ ਜਿਹੜੇ ਲਿਬਰਲ ਨੇ ਉਹ ਹੌਸਲੇ 'ਚ ਨੇ ਕਿ ਬਈ ਸਾਡੀ ਜਿਹੜੀ ਵਿਰੋਧਤਾ ਹੈਗੀ ਆ ਉਹ ਬਹੁਤੀ ਨਹੀਂ ਹੋਈ ਜਾਂ ਇਸ ਵੇਲੇ ਨਹੀਂ ਹੈ। ਤੇ ਇਸ ਕਰਕੇ ਜਿਹੜੀ ਤੁਸੀਂ ਗੱਲ ਕਹੀ ਆ ਬਿਲਕੁਲ ਦਰੁਸਤ ਆ ਕਿ ਜਦੋਂ ਕੋਈ ਵੀ ਪਾਰਟੀ ਰੂਲਿੰਗ ਪਾਰਟੀ ਨੂੰ ਸਪੋਰਟ ਕਰਦੀ ਆ, ਨੈਸ਼ਨਲ ਗਵਰਨਮੈਂਟ ਬਣਦੀ ਆ ਜਾਂ ਦੇਸ਼ ਹਿੱਤ ਦੇ ਵਿੱਚ ਕੋਈ ਗਵਰਨਮੈਂਟ ਬਣਦੀ ਆ, ਤਾਂ ਜਿਹੜੀ ਪਾਰਟੀ ਸਪੋਰਟ ਕਰ ਰਹੀ ਹੁੰਦੀ ਆ ਉਹ ਹਮੇਸ਼ਾ ਘਾਟੇ 'ਚ ਰਹਿੰਦੀ ਆ। ਤੁਸੀਂ ਦੇਖੋਗੇ ਭਾਰਤ ਦੀ ਜੇ ਅਸੀਂ ਉਦਾਹਰਨ ਲਈਏ ਤਾਂ ਮਨਮੋਹਨ ਸਿੰਘ ਦੀ ਗਵਰਨਮੈਂਟ ਨੂੰ ਲੈਫਟ ਵਾਲੇ ਜਿਹੜੇ ਆ ਉਹ ਸਪੋਰਟ ਕਰਦੇ ਸੀਗੇ, ਹੋਰ ਵੀ ਪਾਰਟੀਆਂ ਸਪੋਰਟ ਕਰਦੀਆਂ ਸੀਗੀਆਂ। ਤੇ ਉਹ ਜਦੋਂ ਕਾਂਗਰਸ ਹਾਰੀ ਤਾਂ ਨਾਲ ਹੀ ਉਹਨਾਂ ਨੂੰ ਵੀ ਜਿਹੜਾ ਉਹ ਘਾਟਾ ਪਿਆ ਹੈਗਾ। ਘਾਟਾ ਨਹੀਂ ਜੀ, ਬਿਸਤਰਾ ਗੋਲ ਹੋ ਗਿਆ ਕਿ ਨਾਲ ਇਹਦਾ ਕੋਈ ਸ਼ਬਦ ਮੈਂ ਹੁਣ ਇੰਨਾ ਸਖਤ ਸ਼ਬਦ ਨਹੀਂ ਵਰਤਣਾ ਚਾਹੁੰਦਾ ਸੀਗਾ, ਤੁਸੀਂ ਵਰਤ ਦਿੱਤਾ ਹੈਗਾ ਕਿ ਜਿੱਧਰ ਗਈਆਂ ਬੇੜੀਆਂ ਉੱਧਰ ਗਏ ਮਲਾ। ਇਸੇ ਤਰ੍ਹਾਂ ਅਸੀਂ ਕਿਉਂਕਿ ਕੈਨੇਡਾ ਦੀ ਗੱਲ ਕਰ ਰਹੇ ਹਾਂ ਤੇ NDP ਦੀ ਵੀ ਇਹੀ ਪੋਜੀਸ਼ਨ ਹੈਗੀ ਆ ਕਿ ਇਹ ਕਿਉਂਕਿ ਸਪੋਰਟਿੰਗ ਪਾਰਟੀ ਰਹੀ ਹੈਗੀ ਆ, ਉਹ ਤੇ ਫਿਰ ਇਹ ਹਾਲ ਹੋ ਜਾਂਦਾ ਨਾ ਕਿ ਉਹ ਨਾ ਤਾਂ ਰੂਲਿੰਗ ਪਾਰਟੀ ਆ ਤੇ ਨਾ ਆਪੋਜੀਸ਼ਨ ਪਾਰਟੀ ਆ। ਰੂਲਿੰਗ ਪਾਰਟੀ ਇਸ ਕਰਕੇ ਨਹੀਂ ਗਈ ਕਿਉਂਕਿ ਸਪੋਰਟ ਕਰ ਰਹੀ ਆ ਤੇ ਉਹ ਬਾਹਰੋਂ ਸਪੋਰਟ ਕਰ ਰਹੀ ਆ, ਉਹਦੇ ਵਿੱਚ ਗਵਰਨਮੈਂਟ ਸ਼ਾਮਲ ਨਹੀਂ ਆ। ਕਾਲੋ ਸਾਹਿਬ ਤੁਸੀਂ ਦੇਖਿਆ ਹੋਣਾ ਆ, ਲਿਬਰਲ ਨੇ ਟੋਟਲ ਏਜੰਡਾ ਜਿਹੜਾ NDP ਦਾ ਜੋ NDP ਵਾਲੇ ਚਾਹੁੰਦੇ ਸੀ ਉਸ ਤਰ੍ਹਾਂ ਹੁੰਦਾ ਰਿਹਾ। ਕੁਝ ਕੁ ਚੀਜ਼ਾਂ ਨੂੰ ਛੱਡ ਕੇ, ਜਿੱਦਾਂ ਉਹਨਾਂ ਦਾ ਫਾਰਮਾਸਿਊਟੀਕਲ ਦਾ ਏਜੰਡਾ ਸੀਗਾ, ਕੁਝ ਡੈਂਟਲ ਜਿਹੜੀ ਓਲਡ ਏਜ ਵਾਸਤੇ ਫ੍ਰੀ ਵਾਲਾ ਏਜੰਡਾ ਸੀਗਾ, ਉਹ ਕੁਝ ਇੱਕ ਅਚੀਵਮੈਂਟ ਉਸ ਤਰ੍ਹਾਂ ਨਹੀਂ ਹੋ ਸਕੀਆਂ ਜਿੱਦਾਂ NDP ਚਾਹ ਰਹੀ ਸੀ। ਪਰ ਕਿਤੇ ਕਿਤੇ ਐਂ ਲੱਗਦਾ ਸੀ ਕਿ ਮੈਨੀਫੈਸਟੋ NDP ਦਾ ਚੱਲ ਰਿਹਾ ਤੇ ਲਾਗੂ ਉਹਨੂੰ ਲਿਬਰਲ ਕਰ ਲਿਆ। ਤੇ ਜਦੋਂ ਇਦਾਂ ਹੁੰਦਾ ਕਦੀ ਕਿ NDP ਦਾ ਏਜੰਡਾ ਲਿਬਰਲ ਲੈ ਜਾਂਦੇ ਆ ਤੇ ਪਾਵਰ ਵੀ ਲਿਬਰਲ ਹੀ ਲੈ ਜਾਂਦੇ ਆ। ਇਹ ਦੇਖੋ ਮੰਨੀ ਹੋਈ ਗੱਲ ਆ ਕਿ NDP ਜਦੋਂ ਆਪਣੇ ਜੈਕ ਲੇਟਨ ਹੋਰਾਂ ਦੇ ਜਾਂ ਉਸ ਤੋਂ ਪਹਿਲਾਂ ਦੇ ਵੇਲੇ ਦੀ ਜਿਹੜੀ NDP ਸੀਗੀ, ਇਹਨਾਂ ਨੇ ਬਹੁਤ ਸਾਰੇ ਜਿਹੜੇ ਆ ਆਪਣੇ ਪ੍ਰੋਗਰਾਮ ਜਿਹੜੇ ਆ ਆਪਣਾ ਕਨਸਟੀਟਿਊਸ਼ਨ ਅਮੈਂਡ ਕਰਕੇ ਉਹ ਚੋਂ ਕੱਢਤੇ ਆ। ਜਿੱਦਾਂ ਇਹਨਾਂ ਦੀ ਪ੍ਰੋਗਰਾਮ ਦੇ ਵਿੱਚ ਇੱਕ ਸੋਸ਼ਲਿਜ਼ਮ ਦੀ ਸਥਾਪਤੀ ਦੀ ਗੱਲ ਹੁੰਦੀ ਸੀਗੀ ਤੇ ਉਹ ਇਹਨਾਂ ਨੇ ਕੱਢ ਦਿੱਤੀ ਹੈਗੀ ਆ। ਤੇ ਹੁਣ ਲੋਕੀ ਇਹ ਕਹਿੰਦੇ ਆ ਜਿਹੜੇ ਪੋਲੀਟੀਕਲ ਅਬਜ਼ਰਵਰ ਆ ਵੀ ਇਹਨਾਂ ਦਾ ਨਾਮਾਂ ਦਾ ਹੀ ਫਰਕ ਹੈਗਾ, ਏਜੰਡੇ ਦੋਨਾਂ ਦੇ, ਪਲੇਟਫਾਰਮ ਦੋਨਾਂ ਦੇ ਇੱਕੋ ਹੀ ਆ। ਸੋ ਇਸ ਕਰਕੇ ਜਿਹੜੀ ਰਾਜ ਕਰਦੀ ਪਾਰਟੀ ਆ, ਪਲੇਟਫਾਰਮ ਦੋਨਾਂ ਦਾ ਇੱਕ ਹੀ ਆ ਤੇ ਲਾਗੂ ਤੇ ਕਿਉਂਕਿ ਉਹਨੇ ਕਰਨਾ ਹੈਗਾ, ਇਸ ਕਰਕੇ ਕ੍ਰੈਡਿਟ ਉਹਨੂੰ ਜਾਂਦਾ। ਸੋ ਇਹ ਗੱਲ ਬਿਲਕੁਲ ਠੀਕ ਹੈਗੀ ਆ ਕਿ
ਕਹਿੰਦੇ ਤਾਂ ਇਦਾਂ ਆ ਵੀ ਐਨਡੀਪੀ ਦਾ ਏਜੰਡਾ ਲਿਬਰਲ ਨੇ ਖੋਹ ਲਿਆ, ਪਰ ਮੈਂ ਮਹਿਸੂਸ ਕਰਦਾ ਵੀ ਉਹਨਾਂ ਦਾ ਏਜੰਡਾ ਹੀ ਇੱਕੋ ਹੈਗਾ ਮਤਲਬ, ਤੇ ਜਿਹੜਾ ਰਾਜ ਕਰਦਾ ਹੈਗਾ ਉਹ ਏਜੰਡਾ ਲਾਗੂ ਕਰਨ ਤੇ ਹੁਣ ਵੀ ਤੁਸੀਂ ਦੇਖੋ ਨਾ, ਐਨਡੀਪੀ ਨੇ ਸਪੋਰਟ ਕੀਤਾ ਇਹਨਾਂ ਚੀਜ਼ਾਂ ਨੂੰ। ਐਨਡੀਪੀ ਨੇ ਇਹ ਕਿਹਾ ਬਈ ਫਾਰਮਾਸਿਊਟੀਕਲ ਵਾਲੀ ਜਿਹੜੀ ਗੱਲ ਹੈਗੀ ਆ ਜਾਂ ਹੋਰ ਲੋਕ ਪੱਖੀ ਗੱਲਾਂ ਹੈਗੀਆਂ, ਉਹ ਜੇ ਐਨਡੀਪੀ ਨੇ ਸੁਜੈਸਟ ਕੀਤੀਆਂ ਆ ਤੇ ਲਿਬਰਲ ਨੇ ਉਹ ਮੰਨੀਆਂ ਵੀ ਆ, ਤੇ ਲਿਬਰਲਾਂ ਨੇ ਕਿਉਂਕਿ ਲਾਗੂ ਕੀਤਾ ਹੈਗਾ, ਕ੍ਰੈਡਿਟ ਲਿਬਰਲ ਨੂੰ ਜਾਂਦਾ ਹੈਗਾ। ਸੋ ਇਹ ਠੀਕ ਹੈ ਜੀ ਕਿ ਜਿਹੜੀ ਪਾਰਟੀ ਬਾਹਰੋਂ ਸਪੋਰਟ ਕਰਦੀ ਆ ਕਿਸੇ ਵੱਡੀ ਪਾਰਟੀ ਨੂੰ, ਉਹਦਾ ਆਪਣਾ ਹਮੇਸ਼ਾ ਨੁਕਸਾਨ ਹੁੰਦਾ ਔਰ ਵੋਟ ਬੈਂਕ ਉਹਦਾ ਘਟਦਾ ਹੈ। ਬਿਲਕੁਲ। ਇੱਕ ਕਾਲੋਂ ਸਾਹਿਬ ਮੈਂ ਗੱਲ ਤੁਹਾਡੇ ਕੋਲ ਹੋਰ ਸਮਝਣੀ ਆ, ਜੇ ਤੁਸੀਂ ਮੈਨੂੰ ਸਮਝਾ ਸਕੋ ਤਾਂ, ਉਹ ਇਹ ਆ ਕਿ ਆਪਾਂ ਭਾਰਤ ਵਿੱਚ ਇਲੈਕਸ਼ਨਾਂ ਦੇ ਕਈ ਦੌਰ ਵੇਖਦੇ ਆਏ ਆ, ਤੇ ਉੱਥੇ ਇਦਾਂ ਹੁੰਦਾ ਆ ਕਿ ਕਾਂਗਰਸ ਦੀ ਹਾਈ ਕਮਾਂਡ ਹੈ ਜੀ, ਉੱਪਰੋਂ ਫੈਸਲੇ ਆਉਂਦੇ ਆ। ਇੱਥੇ ਫੈਡਰਲ ਦੀ ਪੋਲਿਟਿਕਸ ਕੁਝ ਅਲੱਗ ਹੁੰਦੀ ਆ ਤੇ ਪ੍ਰੋਵਿੰਸ ਦੀ ਪੋਲਿਟਿਕਸ ਅਲੱਗ ਹੁੰਦੀ ਆ। ਜੇ ਸਪੋਜ਼ ਕਰੋ ਕਿ ਜੇ ਜਿੱਦਾਂ ਹੁਣ ਫੋਰਡ ਸਾਹਿਬ ਦੀ ਸਰਕਾਰ ਹੈ, ਤੇ ਜ਼ਰੂਰੀ ਨਹੀਂ ਕਿ ਅਰਨਰ ਟੂਲ ਦੇ ਨਾਲ ਉੱਦਾਂ ਹੀ ਚੱਲਣਗੇ ਜਿੱਦਾਂ ਉਹ ਚਾਹਣਗੇ ਉਹਨਾਂ ਦੀ ਫੈਡਰਲ ਵਾਲੇ, ਇਦਾਂ ਦਾ ਇੱਥੇ ਚੱਲਣ ਨਹੀਂਗਾ। ਪਰ ਇਹਦਾ ਫਾਇਦਾ ਤੇ ਕਿ ਜ਼ਰੂਰ ਹੁੰਦਾ ਕਿ ਲੀਡਰਸ਼ਿਪ ਨੂੰ ਆਜ਼ਾਦ ਫੈਸਲੇ ਆਪਣੀ ਪ੍ਰੋਵਿੰਸ ਵਾਸਤੇ ਲੈਣ ਦਾ ਮੌਕਾ ਮਿਲਦਾ ਆ, ਉੱਤੋਂ ਥੋਪੇ ਨਹੀਂ ਜਾਂਦੇ। ਪਰ ਕਿਤੇ ਨਾ ਕਿਤੇ ਮੈਨੂੰ ਇਦਾਂ ਲੱਗਦਾ ਆ ਕਿ ਇੱਕ ਭੰਬਲ ਭੂਸਾ ਜਿਹਾ ਬਣ ਜਾਂਦਾ ਆ ਕਿ ਜਿਹੜੀਆਂ ਸਥਾਨਕ ਪੱਧਰ ਦੀਆਂ ਲੋਕਾਂ ਦੀਆਂ ਡਿਮਾਂਡ ਹੁੰਦੀਆਂ ਨੇ, ਜਾਂ ਕੁਝ ਇੱਕ ਐਸੇ ਕੰਮ ਹੋ ਜਾਂਦੇ ਨੇ ਜਿਨ੍ਹਾਂ 'ਚੋਂ ਕਿਤੇ ਨਾ ਕਿਤੇ ਐਂ ਜੇ ਲੱਗਣ ਲੱਗ ਪੈਂਦਾ ਲੋਕਾਂ ਨੂੰ ਕਿ ਯਾਰ ਸਾਡੇ ਨਾਲ ਵਿਤਕਰਾ ਜਿਹਾ ਹੋ ਰਿਹਾ, ਡਿਸਕ੍ਰਿਮੀਨੇਸ਼ਨ ਹੋ ਰਹੀ ਆ, ਉਹਦੇ ਵਿੱਚ ਫਿਰ ਫੈਡਰਲ ਦਾ ਕੋਈ ਦਖਲ ਨਹੀਂ ਰਹਿੰਦਾ। ਤੇ ਜਿੱਥੇ ਕੈਨੇਡਾ ਵਰਗਾ ਮੁਲਕ ਇਦਾਂ ਕਰਕੇ ਮੰਨਿਆ ਜਾਂਦਾ ਕਿ ਉਹ ਕਿਸੇ ਇੱਕ ਵੀ ਆਪਣੇ ਸਿਟੀਜ਼ਨ ਨਾਲ ਜਿਹੜਾ ਆ ਉਹ ਭੇਦਭਾਵ ਨਹੀਂ ਕਰਦਾ। ਮੇਰੀ ਮਿਸਾਲ ਤੁਹਾਨੂੰ ਦੇ ਦਿਆਂ ਮੈਂ ਇੱਕ, ਕਿ ਬਰੈਂਪਟਨ ਦੇ ਨਾਲ ਲੰਬੇ ਸਮੇਂ ਤੋਂ ਇੱਕ ਡਿਮਾਂਡ ਹੈ ਬਰੈਂਪਟਨ ਦੇ ਲੋਕਾਂ ਦੀ ਕਿ ਸਾਡੇ ਤੇ ਇੰਸ਼ੋਰੈਂਸ ਦੇ ਰੇਟ ਬੜੇ ਵੱਧ ਥੋਪੇ ਗਏ ਆ, ਉਹ ਜਿਹੜੇ ਕਿ ਸਾਨੂੰ ਸਾਡੇ ਪੋਸਟਲ ਕੋਡ ਦੇ ਮੁਤਾਬਕ ਲੱਗਦੇ ਆ, ਤੇ ਮਜਬੂਰੀ ਆ ਕਿ ਗੱਡੀ ਹਰ ਇੱਕ ਨੇ ਚਲਾਉਣੀ ਆ ਤੇ ਮਹਿੰਗੇ ਰੇਟ ਤੇ ਵੀ ਇੰਸ਼ੋਰੈਂਸ ਲੈਣੀ ਪੈਂਦੀ ਆ। ਜਦੋਂ ਲੋਕ ਹਰ ਇਲੈਕਸ਼ਨ 'ਚ ਮੁੱਦਾ ਉਠਾਉਂਦੇ ਆ ਤਾਂ ਕਹਿ ਦਿੰਦੇ ਜੀ ਇਹ ਪ੍ਰੋਵਿੰਸ ਦਾ ਮੁੱਦਾ ਹੈ, ਕਦੀ ਕੋਈ ਹੋਰ ਮੁੱਦਾ ਆਉਂਦਾ ਪ੍ਰੋਵਿੰਸ ਵਾਲੇ ਕਹਿ ਦਿੰਦੇ ਜੀ ਇਹ ਲੋਕਲ ਬੋਡੀ ਦਾ ਮੁੱਦਾ। ਮਤਲਬ ਕਿ ਇੱਦਾਂ ਦਾ ਭੰਬਲ ਭੂਸਾ ਰਹਿੰਦਾ ਹੈ, ਜਿਹਦੇ ਵੇਖਿਆ ਜਾਵੇ ਤਾਂ ਇੱਕ ਕਿਸਮ ਦੀ ਡਿਸਕ੍ਰਿਮੀਨੇਸ਼ਨ ਹੈ ਨਾ। ਬਰੈਂਪਟਨ 'ਚ ਜਿਹੜੇ ਲੋਕ ਰਹਿ ਰਹੇ ਨੇ, ਚਾਹੇ ਉਹ ਕਿੰਨੇ ਵੀ ਕੋਈ ਸਾਫ ਡਰਾਈਵਰ ਹੋਣਗੇ, ਚੰਗੇ ਲੋਕ ਹੋਣਗੇ, ਪਰ ਉਹਨਾਂ ਨਾਲ ਵਿਤਕਰਾ ਹੋ ਰਿਹਾ ਹੁੰਦਾ ਇਸ ਬੇਸ ਤੇ ਕਿ ਕਿਉਂਕਿ ਉਹ ਬਰੈਂਪਟਨ 'ਚ ਰਹਿ ਰਹੇ ਆ, ਤੇ ਫੈਡਰਲ ਦਾ ਕੋਈ ਦਖਲ ਨਹੀਂ ਹੁੰਦਾ ਕਿ ਇਹ ਵਿਤਕਰਾ ਦੂਰ ਕਰ ਸਕੇ। ਸੋ ਇਹ ਜਿਹੜੀ ਹੈਗੀ ਆ ਇੱਕ ਮਤਲਬ ਇਸ ਡੈਮੋਕ੍ਰੇਸੀ ਦੀ ਮੈਨੂੰ ਕਿਤੇ ਕਿਤੇ ਲੱਗਦਾ ਕਿ ਕਮੀ ਵੀ ਆ, ਤੇ ਜਿੱਥੇ ਇੱਕ ਪਾਸੇ ਇਹਦਾ ਚੰਗਾ ਗੁਣ ਹੈ ਉੱਥੇ ਨਾਲ ਦੀ ਨਾਲ ਘਾਟ ਵੀ ਆ ਵੀ ਜਿਹੜੀਆਂ ਸਟੇਟ ਦੀਆਂ ਇੰਡੀਪੈਂਡੈਂਟਸ ਜਿਹੜੀਆਂ ਹੈਗੀਆਂ ਉਹ 'ਚ ਦਖਲ ਨਹੀਂ ਆ, ਚੰਗੀ ਗੱਲ ਹੈ। ਪਰ ਨਾਲ ਦੀ ਨਾਲ ਇਹ ਆ ਕਿ ਉਹਦੇ ਵਿੱਚ ਵੀ ਅੱਗੇ ਇੱਕ ਖਾਸ ਯੂਨਿਟ ਨਾਲ ਕੋਈ ਵਿਤਕਰਾ ਹੋਵੇ। ਮੈਂ ਤਾਂ ਇਕੱਲੀ ਇਮੀਗ੍ਰੇਸ਼ਨ ਦੀ ਗੱਲ ਕਰ ਰਿਹਾ ਆਪਣੀ ਇੰਸ਼ੋਰੈਂਸ ਦੀ, ਹੋਰ ਵੀ ਬਹੁਤ ਸਾਰੇ ਮੁੱਦੇ ਨੇ ਇਹਦੇ 'ਚ। ਦੇਖੋ ਇਹ ਤਾਂ ਮਤਲਬ ਵਿਦਨ ਪ੍ਰੋਵਿੰਸ ਹੀ ਡਿਸਕ੍ਰਿਮੀਨੇਸ਼ਨ ਹੈਗੀ ਆ, ਯਾਨੀ ਬਰੈਂਪਟਨ ਸ਼ਹਿਰ ਦੇ ਵਿੱਚ ਹੀ ਇੱਕ ਜਿਹੜਾ ਪੋਸਟਲ ਕੋਡ ਹੈਗਾ, ਪੋਸਟਲ ਕੋਡ ਦੇ ਹਿਸਾਬ ਨਾਲ ਇੰਸ਼ੋਰੈਂਸ ਲਾਈ ਜਾਂਦੀ ਆ। ਜਿਹੜਾ ਇੰਸ਼ੋਰੈਂਸ ਦਾ ਬੇਸਿਕ ਮੁੱਦਾ ਹੈ ਨਾ ਗਿੱਲ ਸਾਹਿਬ, ਉਹ ਇਹ ਆ ਜਿੰਨੀ ਕੁ ਸਾਨੂੰ ਇਹਦੀ ਅੰਡਰਸਟੈਂਡਿੰਗ ਆ ਬਈ ਲਗਭਗ ਜਿਹੜੀ ਇੰਸ਼ੋਰੈਂਸ ਲੌਬੀ ਆ ਨਾ, ਉਹਨੇ ਸਾਰੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਆਪਣੇ ਹੱਥ 'ਚ ਕੀਤੀਆਂ ਆ। ਤੇ ਬੇਸ਼ੱਕ ਕੋਈ ਪਾਰਟੀ ਜਿਹੜੀ ਆ ਉਹ ਵਾਅਦਾ ਕਰ ਲੈਂਦੀ ਆ, ਪਰ ਹਾਰ ਕੇ ਇਹੋ ਹੀ ਕਹਿੰਦੇ ਆ ਜੀ ਵੀ ਜਿਹੜੀ ਇੰਸ਼ੋਰੈਂਸ ਲੌਬੀ ਹੈਗੀ ਆ ਉਹ ਬੜੀ ਤਗੜੀ ਆ, ਤੇ ਉਹ ਸਾਰਿਆਂ ਦੇ ਨਾਲ ਹੀ ਬਣਾ ਕੇ ਰੱਖਦੀ ਆ। ਤੇ ਇਸ ਕਰਕੇ ਇਹ ਤਾਂ ਆਇਡੈਂਟੀਫਾਈਡ ਹੁੰਦਾ ਹੈਗਾ ਕਿ ਕਿਹੜਾ ਇਸ਼ੂ ਜਿਹੜਾ ਪ੍ਰੋਵਿੰਸ ਦਾ ਆ, ਕਿਹੜਾ ਫੈਡਰਲ ਦਾ ਹੈਗਾ। ਤੇ ਜਿਹੜੀ ਇੱਕ ਪਾਰਟੀ ਰਾਜ ਕਰਦੀ ਆ, ਭਾਵੇਂ ਉਹ ਏ ਹੋਵੇ ਜਾਂ ਬੀ ਹੋਵੇ, ਤਾਂ ਉਹ ਜੇ ਫੈਡਰਲ ਦੇ ਵਿੱਚ ਉਹਦੀ ਗੌਰਮੈਂਟ ਹੈਗੀ ਆ ਤਾਂ ਸਟੇਟਾਂ ਦੇ ਵਿੱਚ ਵੀ ਉਸੇ ਕਿਸਮ ਦਾ ਲਾਗੂ ਹੋਣਾ ਚਾਹੀਦਾ। ਪਰ ਕੁਝ ਸਟੇਟਾਂ ਜਿਹੜੀਆਂ ਹੈਗੀਆਂ ਉਹ ਇਸ ਕਿਸਮ ਦੇ ਲੋਕ ਪੱਖੀ ਫੈਸਲੇ ਲੈ ਲੈਂਦੀਆਂ। ਜਿੱਦਾਂ ਬ੍ਰਿਟਿਸ਼ ਕੋਲੰਬੀਆ, ਉਹਨਾਂ ਨੇ ਇੰਸ਼ੋਰੈਂਸ ਜਿਹੜੀ ਆ ਉਹ ਪਬਲਿਕ ਸੈਕਟਰ ਦੇ ਵਿੱਚ ਰੱਖੀ ਹੈਗੀ ਆ, ਔਰ ਹੋਰ ਵੀ ਸਟੇਟਾਂ ਜਿਹੜੀਆਂ ਉਹਨਾਂ ਦੇ ਵਿੱਚ ਪਬਲਿਕ ਸੈਕਟਰ 'ਚ ਆ। ਤੇ ਇੱਥੇ ਮੈਂ ਮਹਿਸੂਸ ਕਰਦਾ ਹਾਂ ਬਈ ਇੰਸ਼ੋਰੈਂਸ ਲੌਬੀ ਜਿਹੜੀ ਹੈਗੀ ਆ ਉਹਦੀ ਡੋਮੀਨੇਸ਼ਨ ਹੋਣ ਕਰਕੇ ਉਹ ਕਿਸੇ ਵੀ ਆਉਣ ਵਾਲੀ ਜਿਹੜੀ ਸਰਕਾਰ ਆ, ਜਿਹੜੀ ਪਾਰਟੀ ਦੀ ਗੌਰਮੈਂਟ ਬਣਨੀ ਆ, ਉਹਨਾਂ ਨਾਲ ਹੱਥ ਉਹਨਾਂ ਦੇ ਰਲੇ ਆ। ਤੇ ਹੈ ਤਾਂ ਇਹ ਬੜੀ ਯਾਨੀ ਬੇਇਨਸਾਫੀ ਆ ਕਿ
ਜੇ ਤੁਸੀਂ ਏ ਇਲਾਕੇ 'ਚ ਰਹਿੰਦੇ ਆ, ਤੁਸੀਂ ਕੋਈ ਐਕਸੀਡੈਂਟ ਨਹੀਂ ਕਰਦੇ, ਕੋਈ ਗਲਤੀ ਨਹੀਂ ਕਰਦੇ, ਤੇ ਤੁਹਾਡਾ ਇੰਸ਼ੋਰੈਂਸ ਦਾ ਰੇਟ ਜ਼ਿਆਦਾ ਆ। ਤੇ ਜਿਹੜਾ ਦੂਜਾ ਨਾਲ ਲੱਗਦਾ ਇਲਾਕਾ ਹੈਗਾ ਉਹਦੇ ਵਿੱਚ ਹੈ ਨਹੀਂ ਇਹ ਨੁਕਸ ਹੈਗਾ ਜਿਹੜਾ ਹਰ ਇੱਕ ਨੂੰ ਬਹੁਤ ਖਲਦਾ ਵੀ ਆ, ਬੜਾ ਮਹਿਸੂਸ ਵੀ ਹੁੰਦਾ ਹੈਗਾ। ਸੋ ਨਹੀਂ, ਪਰ ਮੇਰਾ ਮੇਰਾ ਮੇਰੇ ਮੇਰੇ ਸਵਾਲ ਦਾ ਜਿਹੜਾ ਮੂਲ ਭਾਵਨਾ ਸੀਗੀ ਕਾਲੂ ਸਾਹਿਬ, ਉਹ ਇਹ ਸੀਗੀ ਕਿ ਕੈਨੇਡਾ ਨੂੰ ਇਹ ਮੰਨਿਆ ਜਾਂਦਾ ਹੈ ਕਿ ਉਹ ਆਪਣੇ ਇੱਕ ਵੀ ਸਿਟੀਜ਼ਨ ਨਾਲ ਵਿਤਕਰਾ ਬਰਦਾਸ਼ਤ ਨਹੀਂ ਕਰਦਾ, ਸਭ ਨੂੰ ਇਕੁਅਲ ਸਟੇਟਸ ਰੱਖਦਾ ਹੈ। ਤੇ ਜਦੋਂ ਕੈਨੇਡਾ ਦੀ ਫੈਡਰਲ ਗਵਰਨਮੈਂਟ ਦਾ ਚ ਕੋਈ ਦਖਲ ਹੀ ਨਹੀਂ ਹੈ, ਤੇ ਫਿਰ ਅਸੀਂ ਕਿਵੇਂ ਦਾਅਵਾ ਕਰ ਸਕਦੇ ਹਾਂ ਕਿ ਕੈਨੇਡਾ ਦੀ ਸਰਕਾਰ ਜਿਹੜੀ ਆ ਆਪਣੇ ਨਾਗਰਿਕਾਂ ਨਾਲ ਬਰਾਬਰ ਦਾ ਵਿਵਹਾਰ ਕਰਦੀ ਆ, ਜੇ ਉਹਦੀ ਪ੍ਰੋਵਿੰਸ ਵਾਲੀ ਗਵਰਨਮੈਂਟ ਜਿਹੜੀ ਆ ਉਹ ਇਹ ਚੀਜ਼ ਵੱਲ ਨਹੀਂ ਵੇਖ ਰਹੀ, ਜਾਂ ਜਿਹੜੀਆਂ ਲੋਕਲ ਬੋਡੀ ਗਵਰਨਮੈਂਟ ਉਹ ਨਹੀਂ ਵੇਖ ਰਹੀਆਂ। ਤੇ ਇਹ ਵੀ ਗੱਲ ਮੈਂ ਤੁਹਾਡੀ ਨਾਲ ਸਹਿਮਤ ਹਾਂ ਕਿ ਉਹਨਾਂ ਦੀ ਲੌਬੀ ਹੋਏਗੀ, ਪਰ ਲੌਬੀ ਦੇ ਬਾਵਜੂਦ ਇਕੁਅਲ ਰਾਈਟ ਤੇ ਸਭ ਦਾ ਹੈ ਨਾ। ਆਪਾਂ ਨਿੱਕੀ ਨਿੱਕੀ ਗੱਲ ਤੇ ਕਹਿੰਦੇ ਆ ਕਿ ਲੋਕਾਂ ਦਾ ਅਧਿਕਾਰ ਆ, ਉਹ ਭਾਵੇਂ ਵੈਕਸੀਨ ਲੈਣ ਭਾਵੇਂ ਨਾ ਲੈਣ, ਅਸੀਂ ਮਜਬੂਰ ਨਹੀਂ ਕਰ ਸਕਦੇ ਕਿਉਂਕਿ ਸਾਡਾ ਸਿਵਲ ਚਾਰਟਰ ਆ। ਤੇ ਕੀ ਸਿਵਲ ਚਾਰਟਰ ਇਹ ਨਹੀਂ ਕਹਿੰਦਾ ਕਿ ਇੱਕ ਖਾਸ ਪੋਸਟਲ ਕੋਡ ਦੇ ਉੱਤੇ ਤੁਸੀਂ ਨਜਾਇਜ਼ ਪਾ ਰਹੇ ਹੋ ਤੇ ਦੂਜੇ ਪਾਸੇ ਤੁਸੀਂ ਉੱਤੇ ਦਖਲ ਵੀ ਨਹੀਂ ਦੇ ਰਹੇ? ਇਹ ਸਿਵਲ ਕੋਡ ਕਿਉਂ ਨਹੀਂ ਲਾਗੂ ਹੁੰਦਾ? ਇਹ ਚਾਹੀਦਾ ਹੈ ਜੀ, ਪਰ ਇਹ ਤੁਹਾਨੂੰ ਪਤਾ ਹੀ ਆ ਗਿੱਲ ਸਾਹਿਬ ਕਿ ਇਹ ਕਹਿਣ ਨੂੰ ਆ ਕਿ ਕਿਸੇ ਇੱਕ ਵੀ ਸਿਟੀਜ਼ਨ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਹੁੰਦੀ। ਕਿਹੜੇ ਕਿਹੜੇ ਪੱਧਰ ਤੇ ਕਿੰਨੀ ਕਿੰਨੀ ਡਿਸਕ੍ਰਿਮੀਨੇਸ਼ਨ ਹੁੰਦੀ ਆ, ਕਲਰ ਦੇ ਆਧਾਰ ਦੇ ਉੱਤੇ, ਕੰਟਰੀ ਦੇ ਆਧਾਰ ਦੇ ਉੱਤੇ, ਕੰਟਰੀ ਬੈਕਗਰਾਉਂਡ ਜਿਹੜੀ ਆ ਉਹਦੇ ਆਧਾਰ ਦੇ ਉੱਤੇ। ਇਹ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਆ। ਤੇ ਇਹ ਜਿਹੜੀ ਗੱਲ ਆ ਵੀ ਬਰਾਬਰੀ ਹੋਵੇ, ਉਹਦੀ ਉਦਾਹਰਨ ਇਹ ਮੈਂ ਤੁਹਾਨੂੰ ਦਿੰਦਾ ਵੀ ਇੱਕ ਸਾਡੇ ਪ੍ਰੋਫੈਸਰ ਨੇ ਕੋਈ ਬੈਨੀਫਿਟ ਉਹਨੂੰ ਮਿਲਿਆ ਸੀਗਾ, ਤੇ ਦੂਜੇ ਨੇ ਉੱਥੇ ਸਰਕਾਰ ਨੂੰ ਕਿਹਾ ਵੀ ਦੇਖੋ ਫਲਾਣੇ ਨੂੰ ਇਹ ਬੈਨੀਫਿਟ ਮਿਲ ਰਿਹਾ ਤੇ ਮੈਨੂੰ ਕਿਉਂ ਨਹੀਂ ਮਿਲ ਰਿਹਾ, ਸਾਡੀਆਂ ਸਾਰੀਆਂ ਕੰਡੀਸ਼ਨ ਸੇਮ ਆ, ਮੈਂ ਵੀ ਪੂਰੀਆਂ ਕਰਦਾ। ਤੇ ਉਹਨੂੰ ਜਵਾਬ ਇਹ ਮਿਲਿਆ ਵੀ ਫਿਰ ਆਪਾਂ ਇਦਾਂ ਕਰਦੇ ਹਾਂ ਵੀ ਜਿਹੜਾ ਉਹਨੂੰ ਬੈਨੀਫਿਟ ਦਿੱਤਾ ਨਾ ਉਹ ਆਪਾਂ ਕੱਟ ਦਿੰਦੇ ਆ, ਫਿਰ ਤਾਂ ਤੁਹਾਡੀ ਮੰਗ ਪੂਰੀ ਹੋ ਗਈ ਨਾ। ਤੇ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਉਹਨਾਂ ਦੀ ਸੰਭਾਵਨਾਵਾਂ ਵੀ ਬਣ ਜਾਂਦੀ ਆ। ਪਰ ਇਹ ਬਿਲਕੁਲ ਠੀਕ ਗੱਲ ਹੈਗੀ ਆ, ਤੁਹਾਡੀ ਧਾਰਨਾ ਜਿਹੜੀ ਆ, ਤੁਹਾਡੀ ਇੰਟੈਂਸ਼ਨ ਜਿਹੜੀ ਆ ਉਹ ਠੀਕ ਆ। ਬਈ ਜਦੋਂ ਅਸੀਂ ਕਿਸੇ ਇੱਕ ਵੀ ਨਾਗਰਿਕ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਕਰਦੇ ਤੇ ਇਹ ਤਾਂ ਗਰੁੱਪ ਆਫ ਨਾਗਰਿਕ ਆ ਜਿਹੜਾ ਡਿਸਕ੍ਰਿਮੀਨੇਸ਼ਨ ਹੋ ਰਹੀ ਆ। ਸੋ ਇਹ ਬੜਾ ਵਿਚਾਰਨ ਵਾਲਾ ਮੁੱਦਾ ਹੈ ਜੀ, ਇਹਦੇ ਤੇ ਬਹੁਤ ਲੰਮੀ ਚੌੜੀ ਗੱਲਬਾਤ ਜਿਹੜੀ ਹਰ ਵਾਰੀ ਹੁੰਦੀ ਸਰ, ਹਰ ਇਲੈਕਸ਼ਨ 'ਚ ਹੁੰਦੀ ਆ ਔਰ ਮੁੜ ਕੇ ਆਈ ਗਈ ਗੱਲ ਹੋ ਜਾਂਦੀ, ਕੋਈ ਨਹੀਂ ਪੁੱਛਦਾ, ਹਮੇਸ਼ਾ ਹੀ ਇਦਾਂ ਹੁੰਦੀ ਆ। ਆਪਾਂ ਥੋੜ੍ਹੀ ਜਿਹੀਆਂ ਹੋਰ ਗੱਲਾਂ ਕਰ ਲਈਏ। ਵੈਸੇ ਤਾਂ ਜਿਵੇਂ ਤੁਸੀਂ ਕਹਿ ਰਹੇ ਹੋ ਨਾ, ਸਾਡੇ ਭਾਈਚਾਰੇ 'ਚ ਤੇ ਖਾਸ ਕਰਕੇ ਜਿੱਦਾਂ ਤੁਸੀਂ ਆਪਣੇ ਪ੍ਰੋਫੈਸਰ ਸਾਹਿਬ ਦੀ ਮਿਸਾਲ ਦਿੱਤੀ ਆ ਕਿ ਉਹਦਾ ਵਾਪਸ ਲੈ ਲੈਂਦੇ ਆ, ਮੈਨੂੰ ਨਹੀਂ ਪਤਾ ਕਿ ਉਹ ਪ੍ਰੋਫੈਸਰ ਸਾਹਿਬ ਨੇ ਉਹ ਗੱਲ ਮੰਨੀ ਕਿ ਨਹੀਂ ਮੰਨੀ। ਆਮ ਤੌਰ ਤੇ ਸਾਡੇ ਸਮਾਜ 'ਚ ਇਦਾਂ ਹੁੰਦਾ ਕਿ ਕੋਈ ਗੱਲ ਨਹੀਂ, ਮੇਰੇ ਘਰ ਅੱਗੇ ਭਾਵੇਂ ਖੂਹ ਪੁੱਟਿਆ ਜਾਵੇ, ਗੁਆਂਢੀ ਦੇ 2 ਪੁੱਟੇ ਜਾਣੇ ਚਾਹੀਦੇ ਆ, ਉੱਥੇ ਤੇ ਇਹ ਵੀ ਚੱਲਦਾ ਨਾ। ਬਿਲਕੁਲ ਬਿਲਕੁਲ। ਹਾਂਜੀ, ਅੱਛਾ ਆਪਾਂ ਪ੍ਰੋਫੈਸਰ ਸਾਹਿਬ ਅਗਲੀ ਗੱਲ ਕਰੀਏ। ਦੁਨੀਆ ਦੇ ਵਿੱਚ ਇਸ ਵੇਲੇ ਸਭ ਤੋਂ ਵੱਡੀ ਖਬਰ ਜਿਹੜੀ ਆ ਉਹ ਹੈ ਅਫਗਾਨਿਸਤਾਨ ਦੀ। ਤੇ ਪਹਿਲਾਂ ਫੇਰ ਆਪਣੇ ਮੁਲਕ ਤੋਂ ਹੀ ਸ਼ੁਰੂ ਕਰ ਲਈਏ। ਸਾਡੀ ਕੈਨੇਡੀਅਨ ਸਰਕਾਰ ਨੇ ਕਿਹਾ ਹੈ ਕਿ ਅਸੀਂ 20,000 ਰਿਫਿਊਜੀ ਅਫਗਾਨਿਸਤਾਨ ਤੋਂ ਅਸੈਪਟ ਕਰ ਰਹੇ ਹਾਂ, ਜਿਹੜੇ ਕਿ ਵੂਮਨ ਲੀਡਰਸ ਉੱਥੇ ਕੰਮ ਕਰਦੀਆਂ ਰਹੀਆਂ ਨੇ। ਪਿਛਲੀਆਂ ਸਰਕਾਰਾਂ ਵੇਲੇ ਜਦੋਂ ਡੈਮੋਕ੍ਰੇਸੀ ਵੈਸਟ ਨੇ ਜਾਂ ਜਾਨੀ ਕਿ ਅਮਰੀਕਾ ਨੇ ਲਾਉਣ ਦੀ ਉੱਥੇ ਕੋਸ਼ਿਸ਼ ਕੀਤੀ ਸੀ ਆਪਣੀ ਢੰਗ ਦੀ ਡੈਮੋਕ੍ਰੇਸੀ, ਜਿਹੜੇ ਲੋਕਾਂ ਨੇ ਪਾਰਟਿਸਿਪੇਟ ਕੀਤਾ ਉੱਥੇ, ਖਾਸ ਕਰਕੇ ਵੂਮਨ ਨੇ, ਉਹਨਾਂ ਨੂੰ ਇਸ ਵੇਲੇ ਬੜਾ ਵੱਡਾ ਉਹਨਾਂ ਦੀ ਜਾਨ ਮਾਲ ਦਾ ਖਤਰਾ ਆ। ਤੇ ਦੂਸਰਾ ਕਿਹਾ ਕਿ ਜਿਹੜੇ ਹਿਊਮਨ ਰਾਈਟਸ ਦੇ ਕਾਰਕੁਨ ਨੇ ਉਹ ਤੇ ਮਤਲਬ ਕਹਿਣ ਦਾ ਇਹ ਕਿ ਜਿਹੜੇ ਉਸ ਵੇਲੇ ਅਮਰੀਕਨ ਪੱਖੀ ਲੋਕ ਸੀਗੇ ਉਹਨਾਂ ਵਿੱਚੋਂ 20,000 ਦੇ ਕਰੀਬ ਕੈਨੇਡੀਅਨ ਗਵਰਨਮੈਂਟ ਰਿਫਿਊਜੀ ਸਟੇਟਸ ਦੇਣ ਲਈ ਤਿਆਰ ਹੈ। ਇਸ ਖਬਰ ਨੂੰ ਤੁਸੀਂ ਕਿੱਦਾਂ ਲੈਂਦੇ ਹੋ? ਕਿਉਂਕਿ ਹਿਊਮਨ ਰਾਈਟਸ ਦਾ ਅਸੀਂ ਕਾਫੀ ਜ਼ਿਕਰ ਕਰਦੇ ਹਾਂ, ਪਿਛਲੀਆਂ ਸੀਰੀਆ ਤੋਂ ਵੀ ਕਾਫੀ ਲੋਕਾਂ ਨੂੰ ਲਿਆ ਗਿਆ ਸੀਗਾ, ਉਹਦਾ ਕ੍ਰਿਟਿਸਿਜ਼ਮ ਵੀ ਬੜਾ ਹੋਇਆ ਸੀਗਾ। ਤੇ ਹੁਣ ਇਹ ਜਿਹੜਾ ਨਵਾਂ ਮਸਲਾ ਆ ਗਿਆ ਅਫਗਾਨ ਰਿਫਿਊਜੀਆਂ ਵਾਲਾ ਹੋਏਗਾ। ਅਫਗਾਨ ਰਿਫਿਊਜੀਆਂ ਵਾਲਾ ਮਸਲਾ ਪਾਕਿਸਤਾਨ ਨੂੰ ਬੜੇ ਚਿਰ ਤੋਂ ਸਿੱਝ ਰਿਹਾ। 75 ਤੋਂ 80,000 ਦੇ ਕਰੀਬ ਕੈਂਪਾਂ 'ਚ ਪਿਛਲੇ 20 ਸਾਲਾਂ ਤੋਂ ਰਹਿ ਰਹੇ, ਜਿਹਨਾਂ ਕਦੀ ਨਹੀਂ ਕਿਸੇ ਨੇ ਪੁੱਛਿਆ। ਤੇ ਪਾਕਿਸਤਾਨ ਦਾ ਤੇ ਚਲੋ ਕਿਉਂਕਿ ਉਹਦੇ ਨਾਲ ਨੇਬਰ ਹੈ ਔਰ ਉਹਨਾਂ ਦਾ ਰੋਲ ਵੀ ਆ ਉਹਨਾਂ ਦੇ ਵਿੱਚ। ਤੇ ਕੈਨੇਡਾ ਜਿਹੜਾ ਵਾ ਉਹ 20,000 ਬੰਦਾ ਲੈ ਰਿਹਾ, ਉਸ ਨੂੰ ਤੁਸੀਂ ਵੈਲਕਮ ਕਰਨਾ ਚਾਹੁੰਦੇ ਹੋ ਜਾਂ ਕੀ ਕਰਨਾ ਚਾਹੁੰਦੇ ਹੋ? ਵੇਖੋ ਜੀ, ਕੈਨੇਡਾ ਜਿਹੜਾ ਆ ਉਹ ਚਾਰਟਰ ਆਫ ਹਿਊਮਨ ਰਾਈਟਸ ਦਾ ਸਿਗਨੇਟਰੀ ਆ ਔਰ ਦੁਨੀਆ ਭਰ ਦੇ ਵਿੱਚ ਕੈਨੇਡਾ ਜਿਹੜਾ ਹੈਗਾ ਉਹ ਹਿਊਮਨ ਰਾਈਟਸ ਦੇ ਸੰਬੰਧ ਦੇ ਵਿੱਚ ਸਭ ਤੋਂ ਵਧੀਆ ਮੁਲਕ ਗਿਣਿਆ ਜਾਂਦਾ ਆ। ਔਰ ਇਹਦੀ ਕੰਟਰੀਬਿਊਸ਼ਨ ਵੀ ਆ, ਤੁਸੀਂ ਸੀਰੀਆ ਦੀ ਗੱਲ ਕੀਤੀ ਹੈਗੀ ਆ। ਤੇ ਇਹ ਜਿਹੜੇ ਅਫਗਾਨਿਸਤਾਨ ਦੇ ਵਿੱਚ ਜਿਹੜੇ ਲੋਕ ਅਮਰੀਕਨ ਪੱਖੀ ਸੀਗੇ, ਕੋਈ ਟਰਾਂਸਲੇਸ਼ਨ ਕਰਦੇ ਸੀਗੇ, ਕੋਈ ਇਹਨਾਂ ਨੂੰ ਸੂਹ ਦਿੰਦੇ ਸੀਗੇ,
ਕੋਈ ਹਿਊਮਨ ਰਾਈਟਸ ਦੀਆਂ ਗੱਲਾਂ ਕਰਦੇ ਸੀਗੇ, ਜਿਨ੍ਹਾਂ ਨੂੰ ਹੁਣ ਜਿਹੜੀ ਇਸ ਵੇਲੇ ਦੀ ਹਕੂਮਤ ਹੈਗੀ ਆ, ਤਾਲਿਬਾਨ ਹਕੂਮਤ, ਉਹਨਾਂ ਤੋਂ ਖਤਰਾ ਆ। ਤੇ ਉਹਨਾਂ ਨੂੰ ਇਹ ਬਿਲਕੁਲ ਵਾਜਬ ਆ ਕਿ ਉਹਨਾਂ ਨੂੰ ਰਿਫਿਊਜੀ ਸਟੇਟਸ ਦਿੱਤਾ ਜਾਵੇ, ਉਹਨਾਂ ਨੂੰ ਇੱਥੇ ਜਿਹੜੀਆਂ ਸਹੂਲਤਾਂ ਦਿੱਤੀਆਂ ਜਾਣ, ਨਾਗਰਿਕਤਾ ਵੀ ਜਿਹੜੀ ਆ ਉਹ ਦਿੱਤੀ ਜਾਵੇ। ਤੇ ਇਹ ਤਾਂ ਇੱਕ ਹਿਊਮਨ ਰਾਈਟਸ ਦਾ ਲੰਬਰਦਾਰ ਹੋਣ ਦੇ ਨਾਤੇ ਕੈਨੇਡਾ ਦਾ ਫਰਜ਼ ਵੀ ਆ, ਔਰ ਕੈਨੇਡਾ ਆਪਣਾ ਫਰਜ਼ ਨਿਭਾ ਰਿਹਾ ਹੈ। ਤੇ ਜਿਹੜਾ ਅਮਰੀਕਾ ਉੱਥੇ ਦੇ ਲੋਕਾਂ ਨੂੰ ਆਪਣੇ ਹਾਲ ਤੇ ਛੱਡ ਕੇ ਆ ਗਿਆ, ਜਿਹੜੇ ਲੋਕਾਂ ਨੇ ਅਮਰੀਕਾ ਦੀ ਲਗਾਤਾਰ ਮਦਦ ਕੀਤੀ ਕਿ ਸਾਡੇ ਮੁਲਕ ਵਿੱਚ ਵੀ ਡੈਮੋਕ੍ਰੇਸੀ ਦੀ ਹਵਾ ਕਿਤੇ ਲੱਗ ਜੇ, ਲੋਕ ਜਿਹੜੇ ਬੜੇ ਲੰਬੇ ਸਮੇਂ ਤੋਂ ਸਤਾਏ ਹੋਏ ਸੀ, ਬੰਦੂਕਾਂ ਦੇ ਸਾਏ ਹੇਠ ਰਹਿਣ ਵਾਲੇ ਲੋਕ, ਸਧਾਰਨ ਲੋਕ ਜਿਹੜੇ ਆ, ਉਹਨਾਂ ਨੂੰ ਐ ਹੁਣ ਫਿਰ ਰੱਬ ਆਸਰੇ ਛੱਡ ਦਿੱਤਾ ਗਿਆ। ਕਿਉਂਕਿ ਜਿਹੜੇ ਵੱਡੇ ਸੀਗੇ ਉਹਨਾਂ ਨੂੰ ਤਾਂ ਲਾਂਘੇ ਮਿਲ ਗਏ ਜਾਂ ਮਿਲ ਜਾਣਗੇ, ਫੌਜੀ ਵੀ ਨਿਕਲ ਜਾਣਗੇ, ਪਰ ਜਿਹੜਾ ਸਧਾਰਨ ਵਿਅਕਤੀ ਉੱਥੇ ਰਹਿ ਗਿਆ। ਪੱਤਰਕਾਰ ਜਿਹੜੇ ਨਿਰਪੱਖ ਖਬਰਾਂ ਦਿੰਦੇ ਹੁੰਦੇ ਸੀਗੇ, ਭਾਵੇਂ ਕਿ ਤਾਲਿਬਾਨ ਨੇ ਕਹਿ ਦਿੱਤਾ ਕਿ ਅਸੀਂ ਆਮ ਮਾਫੀ ਦਾ ਐਲਾਨ ਕਰ ਰਹੇ ਹਾਂ, ਪਰ ਆਪਾਂ ਨੂੰ ਪਤਾ ਹੈ ਕਿ ਜਿਹੜੀ ਕੱਟੜਪੰਥੀ ਸੋਚ ਹੈ ਉਹ ਬਹੁਤ ਵੱਡੀ ਤਬਦੀਲੀ ਦੀ ਉਮੀਦ ਆਪਾਂ ਨਹੀਂ ਰੱਖ ਸਕਦੇ। ਇਹ ਤਾਂ ਹੁਣ ਹਾਰੇ ਦਾ ਨਿਆਂ ਆ। ਜਿਹੜੀਆਂ ਧਿਰਾਂ ਹਾਰ ਗਈਆਂ ਨੇ ਉਹ ਹੁਣ ਕਈ ਤਰ੍ਹਾਂ ਦੇ ਬਹਾਨੇ ਢੂੰਡ ਰਹੀਆਂ ਨੇ ਜੀ। ਹੁਣ ਤਾਲਿਬਾਨ ਅੱਗੇ ਵਰਗੇ ਨਹੀਂ, ਉਹਨਾਂ ਦੁਨੀਆ ਭਰ 'ਚ ਨੈਗੋਸ਼ੀਏਟ ਕਰਕੇ ਹੀ ਇੱਧਰ ਆਏ ਨੇ। ਕਦੀ ਕਹਿ ਦਿੰਦੇ ਨੇ ਜੀ ਉਹਨਾਂ ਰਾਜ ਸੱਤਾ ਨਹੀਂ ਬਦਲੀ, ਸਗੋਂ ਉੱਥੇ ਇੱਕ ਰੈਵੋਲੂਸ਼ਨ ਲਿਆਂਦਾ ਆ, ਲੋਕ ਪੱਖੀ ਰੈਵੋਲੂਸ਼ਨ ਆ, ਉੱਥੋਂ ਦੀ ਸਰਕਾਰ ਬੜੀ ਕਰਪਟ ਸੀ, ਬੜਾ ਕੁਝ ਆ ਗਿਆ ਸਾਹਮਣੇ। ਔਰ ਅਜੇ ਹਫ਼ਤਾ ਪਹਿਲਾਂ ਹੀ ਅਮਰੀਕਨ ਰਾਸ਼ਟਰਪਤੀ ਬੜਾ ਵੱਡਾ ਦਾਅਵਾ ਕਰ ਰਹੇ ਸੀਗੇ, ਉਹਨਾਂ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ ਕਿ ਉੱਥੇ ਅਸੀਂ ਦੁਨੀਆ ਦੀ ਵੈਲ ਇਕੁਇਪਡ ਤੇ ਵੈਲ ਟ੍ਰੇਨਡ ਆਰਮੀ ਨੂੰ ਛੱਡ ਕੇ ਆ ਰਹੇ ਹਾਂ, ਜਿਹੜੀ ਹਰ ਹਾਲਤ 'ਚ ਉੱਥੋਂ ਦੇ ਕੰਟਰੀ ਨੂੰ ਸੰਭਾਲ ਸਕੇਗੀ, ਜਿਹਨੇ 10 ਦਿਨ ਨਹੀਂ ਕੱਢੇ। ਤੇ ਹਾਲਤ ਇਹ ਆ, ਦੱਸਦੇ ਕਿ ਜਦੋਂ ਅਮਰੀਕਨ ਕੈਂਪ ਖਾਲੀ ਕਰਕੇ ਆਉਂਦੇ ਸੀਗੇ ਤੇ ਉਸੇ ਹੀ ਰਾਤੋਂ ਰਾਤ ਨਿਕਲਦੇ ਸੀ ਤੇ ਦਿਨ ਚੜ੍ਹਦੇ ਨੂੰ ਉੱਥੇ ਲੁੱਟਮਾਰ ਸ਼ੁਰੂ ਹੋ ਜਾਂਦੀ ਸੀ। ਸਾਰੀਆਂ ਚੀਜ਼ਾਂ ਉੱਥੇ ਛੱਡ ਕੇ ਆਉਂਦੇ ਰਹੇ ਨੇ, ਸਿਰਫ ਆਪਣੇ ਫੌਜੀਆਂ ਨੂੰ ਹੀ ਕੱਢਿਆ ਗਿਆ ਵਾ। ਇੱਥੋਂ ਤੱਕ ਕਿ ਹਥਿਆਰ ਗੋਲੀ ਸਿੱਕਾ ਵੀ ਚੁੱਕ ਕੇ ਨਹੀਂ ਲਿਆਂਦਾ ਜਾ ਸਕਿਆ ਸਾਰਾ। ਇਹ ਜਾਣਕਾਰੀ ਬਿਲਕੁਲ ਠੀਕ ਹੈ ਜੀ। ਤੇ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਹੁਣ ਕੈਨੇਡਾ ਨੇ ਤਾਂ 20,000 ਨੂੰ ਅਸਾਈਲਮ ਦੇਣੀ ਹੈਗੀ ਆ, ਆਪਣੇ ਦੇਸ਼ ਦੇ ਵਿੱਚ ਵਸਾਉਣਾ ਉਹਨਾਂ ਨੂੰ। ਤੇ ਅਮਰੀਕਾ ਨੇ ਕੀ ਕੀਤਾ ਹੈ ਵੀ ਅਮਰੀਕਾ ਦੀ ਹਾਲਤ ਇਹ ਆ ਵੀ ਤੁਹਾਨੂੰ ਪਤਾ ਕਿ ਜਿਹੜੀ ਬਾਂਦਰੀ ਆ ਨਾ, ਉਹ ਆਪਣੇ ਬੱਚੇ ਗਲ ਨਾਲ ਲਾ ਕੇ ਫਿਰਦੀ ਰਹਿੰਦੀ ਆ, ਤੇ ਜਦੋਂ ਉਹਦੇ ਪੈਰ ਸੜਨ ਲੱਗਦੇ ਆ ਨਾ, ਉਹ ਫਿਰ ਬੱਚਿਆਂ ਦੇ ਉੱਤੋਂ ਦੀ ਪੈਰ ਰੱਖ ਕੇ ਤੇ ਲੰਘ ਜਾਂਦੀ ਆ। ਇਹੀ ਹਾਲ ਜਿਹੜਾ ਉਹ ਅਮਰੀਕਾ ਦਾ ਆ ਕਿ ਉਹਨਾਂ ਨੂੰ ਜਦੋਂ ਉੱਥੇ ਉਹ ਸੋ ਕਾਲਡ ਆਪਣੀ ਜਿਹੜੀ ਆ ਹੈਜਮਨੀ, ਜਿਹੜੀ ਆਪਣੀ ਸੱਤਾ ਜਿਹੜੀ ਆ ਉਹ ਕਾਇਮ ਕਰਨਾ ਚਾਹੁੰਦੇ ਸੀਗੇ, ਤਾਕਤ ਕਾਇਮ ਕਰਨਾ ਚਾਹੁੰਦੇ ਸੀਗੇ ਹਿਊਮਨ ਰਾਈਟਸ ਦੇ ਨਾਂ ਦੇ ਉੱਤੇ, ਜਾਂ ਤਾਲਿਬਾਨਾਂ ਨੂੰ ਖਤਮ ਕਰਨ ਦੇ ਨਾਂ ਦੇ ਉੱਤੇ, ਤਾਲਿਬਾਨਾਂ ਨਾਲ ਲੜਨ ਦੇ ਸੰਬੰਧ ਦੇ ਵਿੱਚ, ਤੇ ਉਦੋਂ ਤਾਂ ਲੋਕਾਂ ਦਾ ਉਹ ਸਾਥ ਲੈਂਦੇ ਸੀਗੇ, ਆਮ ਲੋਕਾਂ ਦਾ, ਤੇ ਜਿਹੜੇ ਉਹਨਾਂ ਨੂੰ ਇਨਫੋਰਮੇਸ਼ਨ ਵੀ ਦਿੰਦੇ ਸੀਗੇ। ਤੇ ਇਸ ਵੇਲੇ ਫਿਰ ਜਿਹੜਾ ਇੱਦਾਂ ਭੱਜਣਾ ਆ, ਇਹ ਇਹੋ ਜਿਹੀ ਮੌਕਾ ਪ੍ਰਸਤੀ ਆ ਜਿੱਦਾਂ ਦੀ ਬਾਂਦਰੀ ਦੀ ਹੁੰਦੀ ਹੈਗੀ ਆ, ਕਿ ਉਹ ਆਪਣੇ ਜਿਹੜੇ ਅਫਗਾਨੀ ਆ ਉਹਦੇ ਅਮਰੀਕਨਾਂ ਦੇ ਕੁਛ ਵੀ ਨਹੀਂ ਲੱਗਦੇ, ਬਾਂਦਰੀ ਦੇ ਬੱਚੇ ਤਾਂ ਉਹਦੇ ਆਪਣੇ ਜਾਏ ਹੁੰਦੇ ਹੈਗੇ ਆ। ਸੋ ਇਹ ਜਿਹੜੀ ਅਮਰੀਕਾ ਦੀ ਪਾਲਿਸੀ ਆ ਜੀ, ਇਹ ਬਿਲਕੁਲ ਮੌਕਾ ਪ੍ਰਸਤੀ ਵਾਲੀ ਆ, ਔਰ ਇਹਦੀ ਨਿੰਦਿਆ ਕੀਤੀ ਜਾਣੀ ਚਾਹੀਦੀ ਆ ਕਿ ਇਹਨਾਂ ਨੇ ਇਸ ਕਿਸਮ ਦਾ ਜਿਹੜਾ ਐਟੀਟਿਊਡ ਹੈਗਾ ਉਹ ਅਖਤਿਆਰ ਕੀਤਾ। ਕਿਹਾ ਜਾਂਦਾ ਹੈ ਕਿ ਜਦੋਂ ਸੋਵੀਅਤ ਯੂਨੀਅਨ ਉੱਥੋਂ ਨਿਕਲਿਆ ਸੀਗਾ ਨਾ ਜੀ, ਉਹਨਾਂ ਦਾ ਬੜੇ ਵਧੀਆ, ਮਤਲਬ ਇੱਕ ਕਿਸਮ ਦਾ ਇੱਜ਼ਤਮਾਨ ਨਾਲ ਨਿਕਲਿਆ ਸੀ। ਹਾਲਾਂਕਿ ਅਮਰੀਕਾ ਨੇ ਬੜੀ ਵੱਡੀ ਉਦੋਂ ਸਾਜ਼ਿਸ਼ ਕੀਤੀ ਸੀ ਕਿ ਪਾਕਿਸਤਾਨ ਨਾਲ ਮਿਲ ਕੇ ਮੁਜਾਹਿਦੀਨ ਬਣਾ ਕੇ ਉਹਨਾਂ ਦੇ ਰੂਪ ਦੇ ਵਿੱਚ ਲੜਾਈ ਜਿਹੜੀ ਲੜੀ ਸੀਗੀ, ਔਰ ਉਹੋ ਹੀ ਮੁੱਢ ਬੱਜਾ ਜਿਹੜਾ ਵਾ ਅਮਰੀਕਾ ਦੇ ਅੱਗੇ ਵੀ ਆਇਆ 2001 ਦੇ ਵਿੱਚ, ਜਿਹੜਾ 9/11 ਜਿਹੜਾ ਮੈਂ ਕਹਿ ਰਿਹਾ 2001 ਟਾਵਰ ਢੱਠੇ, ਫਿਰ ਦੁਬਾਰਾ ਇਹਨਾਂ ਨੂੰ ਉੱਥੇ ਜਾ ਕੇ ਵਾਪਸ ਉਹਦੇ ਵਿੱਚ ਇੰਟਰਵਨ ਕਰਨਾ ਪਿਆ। ਪਰ ਜਿੰਨੀ ਸ਼ਰਮਨਾਕ ਹਾਰ ਵੀਅਤਨਾਮ 'ਚੋਂ ਹੋਈ ਸੀ, ਲਗਭਗ ਉਸੇ ਤਰ੍ਹਾਂ ਦੀ ਹਾਰ ਹੁਣ ਨਜ਼ਰ ਆ ਰਹੀ ਆ ਕਿ ਉੱਥੋਂ ਆਪਣੇ ਮਤਲਬ ਵਿਚੋਲੇ ਪਾਏ ਜਾ ਰਹੇ ਆ ਕਿ ਸਾਨੂੰ ਇੱਥੋਂ ਸ਼ਾਂਤੀਪੂਰਵਕ ਨਿਕਲ ਜਾਣ ਦਿਓ, ਜਿਹੜੇ ਰਹਿੰਦ ਖੂੰਹਦ ਸਾਡੇ ਕੁਝ ਰਹਿ ਗਏ ਨੇ ਵਿਅਕਤੀ, ਉਹਨਾਂ ਨੂੰ ਅਸੀਂ ਕੱਢ ਸਕੀਏ। ਤੇ ਜੋ ਹਾਲ ਆਪਾਂ ਕਾਬਲ ਏਅਰਪੋਰਟ ਦੀ ਵੇਖੀ ਆ ਵੀਡੀਓ, ਤੁਸੀਂ ਵੀ ਵੇਖੀਆਂ ਹੋਣੀਆਂ, ਕਿ ਜਿਹੜੇ ਅਮਰੀਕਾ ਦੇ ਲਈ ਕੰਮ ਕਰਦੇ ਰਹੇ ਲੋਕ ਨੇ, ਉਹ ਜਹਾਜ਼ ਦੇ ਪਹੀਆਂ ਨਾਲ ਲਮਕ ਕੇ, ਬਾਰੀਆਂ ਨਾਲ ਲਮਕ ਕੇ ਉੱਡਣਾ ਚਾਹੁੰਦੇ, 5 ਬੰਦੇ ਡਿੱਗ ਕੇ ਮਰ ਵੀ ਗਏ ਆ, ਤੇ ਬਿਨਾਂ ਇੱਕ ਗੋਲੀ ਚਲਾਇਆ ਉਹ ਜਿਹੜੀ ਤਾਕਤਵਰ ਤੇ ਟ੍ਰੇਨਡ ਫੌਜ ਸੀਗੀ, ਉਹਨੇ ਮਤਲਬ ਮੁਕਾਬਲਾ ਹੀ ਨਹੀਂ ਕੀਤਾ। ਟ੍ਰੇਨਡ ਫੌਜ ਜਿਹੜੀ ਆ ਗਿੱਲ ਸਾਹਿਬ, ਉਹ ਮੁਕਾਬਲਾ ਕਿਵੇਂ ਕਰਦੀ? ਇੱਕ ਤਾਂ ਜਿਹੜੇ
ਲੋਕਲ ਅਫਗਾਨੀ, ਇੱਕ ਤਾਂ ਤਾਲਿਬਾਨ ਹੈ ਨਾ, ਇੱਕ ਲੋਕਲ ਜਿਹੜੇ ਲੋਕ ਨੇ ਉਹ ਵੀ ਜਿਹੜੀ ਹਕੂਮਤ ਸੀਗੀ ਉੱਥੇ ਉਹ ਤੋਂ ਬੜੇ ਤੰਗ ਸੀਗੇ ਕਿ ਉਹਦੇ ਵਿੱਚ ਇਹ ਵੀ ਪਤਾ ਲੱਗਾ ਵੀ ਬੜੀ ਕਰਪਸ਼ਨ ਵੀ ਸੀਗੀ ਤੇ ਲੋਕ ਜਿਹੜੇ ਆ ਉਹ ਇਸ ਕਰਕੇ ਤਾਲਿਬਾਨਾਂ ਦਾ ਉਹਨਾਂ ਨੇ ਸਾਥ ਦਿੱਤਾ ਆ ਬਈ ਇਹੋ ਜੀ ਕਰਪਟ ਹਕੂਮਤ ਜਿਹੜੀ ਆ ਉਹਨੂੰ ਡੇਗਿਆ ਜਾਣਾ ਚਾਹੀਦਾ। ਦੂਜੇ ਬੰਨੇ ਤੁਸੀਂ ਦੇਖੋ ਕਿ ਜਿਹੜਾ ਪਾਕਿਸਤਾਨ ਹੈਗਾ ਉਹ ਵੀ ਤਾਲਿਬਾਨ ਦਾ ਹਮਾਇਤੀ, ਚੀਨ ਵੀ ਤਾਲਿਬਾਨ ਦਾ ਹਮਾਇਤੀ ਤੇ ਰੂਸ ਵੀ ਤਾਲਿਬਾਨ ਦਾ ਹਮਾਇਤੀ। ਤੁਹਾਨੂੰ ਹੁਣ ਪਤਾ ਲੱਗ ਗਿਆ ਹੋਣਾ ਕਿ ਉੱਥੋਂ ਬਾਕੀ ਐਮਬੈਸੀਆਂ ਜਿਹੜੀਆਂ ਉਹ ਤਾਂ ਉਹਨਾਂ ਦਾ ਬੋਰੀਆ ਬਿਸਤਰਾ ਤਾਂ ਗੋਲ ਕਰਤਾ, ਪਰੰਤੂ ਚੀਨ ਦੀ ਤੇ ਰੂਸ ਦੀ ਐਮਬੈਸੀ ਜਿਹੜੀ ਆ ਉਹ ਉੱਥੇ ਉਸੇ ਤਰ੍ਹਾਂ ਹੀ ਇੰਟੈਕਟ ਰਹੇਗੀ, ਖੁੱਲੀ ਰਹੇਗੀ, ਜਿਹਦਾ ਸਾਫ਼ ਮਤਲਬ ਇਹ ਆ ਕਿ ਇਹਦੇ ਵਿੱਚ ਇਸ ਸਾਰੀ ਕਾਰਗੁਜ਼ਾਰੀ ਦੇ ਵਿੱਚ ਚੀਨ ਔਰ ਰੂਸ ਜਿਹੜੇ ਆ ਉਹਨਾਂ ਨੇ ਤਾਲਿਬਾਨਾਂ ਦਾ ਸਾਥ ਦਿੱਤਾ ਹੈਗਾ। ਔਰ ਤੁਸੀਂ ਦੇਖ ਲਓ ਵੀ ਦੋਨੇ ਵੱਡੀਆਂ ਤਾਕਤਾਂ ਆ ਔਰ ਬਿਲਕੁਲ ਅਫਗਾਨਿਸਤਾਨ ਦੇ ਨਾਲ ਲੱਗਦੀਆਂ ਆ ਤੇ ਇਸ ਕਰਕੇ ਅਮਰੀਕਨ ਫੌਜਾਂ ਦਾ ਉੱਥੇ ਟਿਕਾ ਕਿਸ ਹਿਸਾਬ ਨਾਲ ਹੋ ਸਕਦਾ ਸੀਗਾ ਜਦੋਂ ਤਾਲਿਬਾਨ ਵੀ ਉਹਨਾਂ ਦੇ ਖਿਲਾਫ ਲੜ ਰਹੇ ਆ, ਲੋਕਲ ਲੋਕ ਵੀ ਉਹਨਾਂ ਦੇ ਖਿਲਾਫ ਆ, ਆਲੇ ਦੁਆਲੇ ਦੀਆਂ ਜਿਹੜੀਆਂ ਤਾਕਤਾਂ ਆ, ਪਾਕਿਸਤਾਨ ਆ, ਚੀਨ ਆ, ਰੂਸ ਆ, ਉਹ ਵੀ ਉਹਦੇ ਖਿਲਾਫ ਆ। ਤਾਂ ਅਮਰੀਕਾ ਦਾ ਹਾਲ ਇਹ ਹੋਣਾ ਹੀ ਹੋਣਾ ਸੀਗਾ ਵਿਤਰਾਮ ਵਾਲਾ ਕਿ ਜਿਹੜੇ ਐਡੀ ਦੂਰ ਜਾ ਕੇ, ਜਿਹਨੂੰ ਆਪਾਂ ਪੰਜਾਬੀ 'ਚ ਕਹਿ ਸਕਦੇ ਹਾਂ ਵੀ ਖਾਹ ਮਖਾਹ ਪੰਗੇ ਲੈਂਦੇ ਰਹੇ ਹੈਗੇ ਆ, ਉੱਥੇ ਦਖਲ ਦਿੰਦੇ ਰਹੇ ਆ। ਤਾਂ ਇਹਨਾਂ ਦੀ ਹੋਣੀ ਜਿਹੜੀ ਆ ਉਹ ਇਸੇ ਤਰ੍ਹਾਂ ਲਿਖੀ ਸੀਗੀ। ਬਿਲਕੁਲ ਹੋਣੀ ਤੇ ਲਿਖੀ ਸੀ, ਪਰ ਨਾਲ ਦੀ ਨਾਲ ਤੁਹਾਨੂੰ ਕਿਤੇ ਲੱਗਦਾ ਹੈ ਕਿ ਜਿਵੇਂ ਸੋਵੀਅਤ ਸੰਘ ਨੂੰ, ਉਦੋਂ ਸੋਵੀਅਤ ਸੰਘ ਹੀ ਸੀਗਾ, ਰੂਸ ਇਕੱਲਾ ਨਹੀਂ ਸੀਗਾ, ਉੱਥੋਂ ਖਦੇੜਿਆ ਗਿਆ ਸੀ ਜਿਸ ਤਰੀਕੇ ਨਾਲ ਅਮਰੀਕਨ ਜਿਹੜੀਆਂ ਗੁਪਤ ਚਾਲਾਂ ਕਹਿ ਲਓ, ਇੱਕ ਗੁਪਤ ਰਣਨੀਤੀ ਕਿ ਕਿਸੇ ਹੋਰ ਦੇ ਮੋਢੇ 'ਤੇ ਹਥਿਆਰ ਰੱਖ ਕੇ ਚਲਾਏ ਗਏ ਸੀਗੇ ਤੇ ਉਹਦਾ ਰਿਵੈਂਜ ਵੀ ਕਿਤੇ ਸੋਵੀਅਤ ਯੂਨੀਅਨ ਨੂੰ ਜਾਂ ਰਸ਼ੀਆ ਨੂੰ ਹੁਣ ਲੈਣ ਦਾ ਮੌਕਾ ਮਿਲ ਗਿਆ। ਤੇ ਚਾਈਨਾ ਦੀ ਦਖਲਅੰਦਾਜ਼ੀ ਜਿਹੜੀ ਆ ਉਹਨੂੰ ਲੋਕ ਬੜੇ ਗੌਰ ਨਾਲ ਵੇਖ ਰਹੇ ਆ ਕਿ ਆਉਣ ਵਾਲੇ ਸਮੇਂ 'ਚ ਚਾਈਨਾ ਉੱਥੇ ਕਿੱਦਾਂ ਦਾ ਪੈਰ ਧਰਾਵਾ ਕਰਦਾ, ਕੀ ਕਿਤੇ ਉਹ ਵੀ ਇਹਨਾਂ ਦੋ ਵੱਡੀਆਂ ਤਾਕਤਾਂ ਵਾਲੀ ਗਲਤੀ ਤੇ ਨਹੀਂ ਕਰ ਜਾਏਗਾ ਕਿ ਖਿੱਤੇ ਦੇ ਵਿੱਚ ਮੈਂ ਆਪਣੀ ਹੋਂਦ ਦਿਖਾਉਣ ਲਈ ਅਫਗਾਨਿਸਤਾਨ ਦੇ ਵਿੱਚ ਕੋਈ ਦਖਲਅੰਦਾਜ਼ੀ ਕਰਾਂ। ਹਾਲਾਂ ਉਮੀਦ ਬਹੁਤ ਘੱਟ ਆ, ਚਾਈਨਾ ਨੂੰ ਬਾਣੀਆ ਕਿਹਾ ਜਾਂਦਾ ਹੈ, ਦੁਨੀਆ ਦਾ ਵਪਾਰੀ ਕਿਹਾ ਜਾਂਦਾ ਹੈ, ਉਹ ਆਪਣੇ ਵਪਾਰ ਨੂੰ ਤਰਜੀਹ ਦਿੰਦਾ ਆ, ਪਰ ਨਾਲ ਦੀ ਨਾਲ ਉਹਨੂੰ ਵਿਸਥਾਰਵਾਦੀ ਮੁਲਕ ਵੀ ਕਿਹਾ ਜਾਂਦਾ। ਕੋਈ ਐਸਾ ਮੁਲਕ ਉਹਦੇ ਨਾਲ ਲੱਗਵਾ ਐਸਾ ਨਹੀਂ ਆ ਜਿਹਦੇ 'ਤੇ ਉਹ ਦਾਅਵਾ ਨਹੀਂ ਕਰਦਾ ਕਿ ਇਹ ਮੇਰਾ ਹੀ ਹਿੱਸਾ ਹੈ। ਭਾਵੇਂ ਅਫਗਾਨਿਸਤਾਨ ਕਦੀ ਉਹਨਾਂ ਦਾ ਹਿੱਸਾ ਨਹੀਂ ਰਿਹਾ, ਪਰ ਕਿਤੇ ਨਾ ਕਿਤੇ ਲਲਚਾਈਆਂ ਨਜ਼ਰਾਂ ਨਾਲ ਚਾਈਨਾ ਸ਼ਾਇਦ ਦੇਖਦਾ ਹੋਵੇ, ਤੇ ਜੇ ਉਹਨਾਂ ਨੇ ਹੁਣ ਕੋਈ ਉਹਦੇ ਵਿੱਚ ਰੋਲ ਅਦਾ ਕੀਤਾ ਹੋਇਆ ਤੇ ਫਿਰ ਉਹ ਆਪਣੇ ਪੌਪਟ ਜਿਹੜੇ ਆ ਉਹ ਬਿਠਾਉਣ ਦੀ ਕੋਸ਼ਿਸ਼ ਕਰਨਗੇ ਰਸ਼ੀਆ ਤੇ ਚਾਈਨਾ ਮਿਲ ਕੇ। ਫਿਰ ਹਾਲਾਤ ਕਿੱਦਾਂ ਦੇ ਹੋਣਗੇ, ਤੁਹਾਨੂੰ ਕੀ ਲੱਗਦਾ? ਕਿ ਫਿਰ ਅੱਗੇ ਗੱਲਾਂ ਹੋਰ ਕਰਦੇ ਹਾਂ, ਪਹਿਲਾਂ ਇੱਥੇ ਥੋੜ੍ਹਾ ਜਿਹਾ ਵਿਸਥਾਰ ਤੁਹਾਡੇ ਕੋਲ ਮੈਂ ਲੈ ਲਵਾਂ। ਜਿਹੜੀ ਤਾਂ ਦੇਖੋ ਜੀ ਬਦਲਾ ਲੈਣ ਵਾਲੀ ਗੱਲ ਹੁੰਦੀ ਆ ਨਾ ਕਿ ਸਾਡੇ ਨਾਲ ਇਹਨਾਂ ਨੇ ਇਦਾਂ ਕੀਤਾ ਸੀਗਾ, ਇਹ ਤਾਂ ਹਮੇਸ਼ਾ ਹੀ ਹਰ ਦੇਸ਼ ਦੇ ਵਿੱਚ ਰਹਿੰਦੀ ਆ। ਜਿਵੇਂ ਤੁਹਾਨੂੰ ਪਤਾ ਆ ਕਿ ਬੰਗਲਾਦੇਸ਼ ਜਿਹੜਾ ਆ ਉਹ ਭਾਰਤ ਨੇ ਬਣਾਇਆ ਸੀਗਾ, ਮੁਕਤੀ ਬਾਨੀ ਤਾਂ ਉਹਦਾ ਨਾਂ ਹੀ ਸੀਗਾ, ਭਾਰਤ ਦੀ ਰੈਗੂਲਰ ਫੌਜ ਜਿਹੜੀ ਆ ਉਹਦੇ ਵਿੱਚ ਸ਼ਾਮਲ ਸੀਗੀ। ਤੇ ਉਹਦਾ ਨਤੀਜਾ ਇਹ ਆ ਕਿ ਪਾਕਿਸਤਾਨ ਅੱਜ ਤੱਕ ਵੀ ਜਦੋਂ ਉਹਦਾ ਮਤਲਬ ਦਾ ਲੱਗਦਾ, ਜਿੱਥੇ ਵੀ ਲੱਗਦਾ, ਉਹ ਭਾਰਤ ਨੂੰ ਸਬਕ ਸਿਖਾਉਣ ਦੀ ਕੋਸ਼ਿਸ਼ ਕਰਦਾ ਆ ਕਿ ਤੁਸੀਂ ਸਾਡੇ ਦੇਸ਼ ਦੇ ਦੋ ਟੋਟੇ ਕੀਤੇ ਆ। ਇਸੇ ਤਰ੍ਹਾਂ ਰੂਸੀਆਂ ਨੂੰ, ਯਾਨੀ ਸੋਵੀਅਤ ਯੂਨੀਅਨ ਨੂੰ ਉੱਥੋਂ ਕੱਢਣ ਦੇ ਵਿੱਚ ਜਿਹੜਾ ਰੋਲ ਜਿਹੜਾ ਅਮਰੀਕਾ ਨੇ ਪਲੇ ਕੀਤਾ, ਤੇ ਜਿਹੜੀ ਇਸ ਕਿਸਮ ਦੀ ਜਿਹੜੀ ਮੁਜਾਹਿਦੀਨ ਤੇ ਤਾਲਿਬਾਨ ਜਿਹੜੇ ਉਹ ਪੈਦਾ ਕੀਤੇ, ਤੇ ਇਹ ਉਹਨਾਂ ਨੂੰ ਤਾਂ ਕਿਹੜਾ ਭੁੱਲਿਆ ਹੋਣਾ। ਨਾਲੇ ਵੈਸੇ ਵੀ ਦੇਸ਼ਾਂ ਦੀ ਰਾਜਨੀਤੀ ਹੁੰਦੀ ਆ ਕਿ ਉਹ ਦਬਦਬਾ ਆਪਣਾ ਰੱਖਣਾ ਚਾਹੁੰਦੇ ਆ। ਰਹੀ ਗੱਲ ਚੀਨ ਵਾਲੀ, ਇਹਦੇ 'ਚ ਜਿਹੜਾ ਸੰਕੇਤ ਤੁਹਾਨੂੰ ਪਹਿਲਾਂ ਦਿੱਤਾ ਕਿ ਚੀਨ ਦੀ ਤੇ ਰੂਸ ਦੀ ਐਮਬੈਸੀ ਜਿਹੜੀ ਆ ਉਹ ਇਸੇ ਤਰ੍ਹਾਂ ਹੀ ਕੰਮ ਕਰਦੀ ਰਹੇਗੀ, ਉਹਨੂੰ ਕੋਈ ਖਤਰਾ ਨਹੀਂ ਹੈ। ਤੇ ਚੀਨ ਜਿਹੜਾ ਆ ਵੀ ਉਹ ਕਿਉਂ ਇਸ ਗੱਲ ਦੀ ਜਿਹੜੀ ਆ ਉਹ ਇੱਛਾ ਨਾ ਰੱਖੇ ਜਾਂ ਇਸ ਗੱਲ ਦੀ ਲਾਲਸਾ ਨਾ ਰੱਖੇ ਕਿ ਮੈਂ ਆਪਣੇ ਆਲੇ ਦੁਆਲੇ ਜਿਹੜੇ ਆ ਉਹ ਆਪਣੇ ਪੈਰ ਪਸਾਰਾਂ। ਪਹਿਲੀ ਗੱਲ ਤਾਂ ਇਹ ਆ ਵੀ ਉਹ ਉੱਥੋਂ ਅਮਰੀਕਾ ਨੂੰ, ਪਹਿਲਾ ਤਾਂ ਟਾਰਗੇਟ ਇਹ ਆ ਵੀ ਅਮਰੀਕਾ ਨੂੰ ਉੱਥੋਂ ਭਜਾਉਣ ਲਈ ਰੂਸ ਨੇ ਤੇ ਚੀਨ ਨੇ ਉੱਥੇ ਦਖਲ ਦਿੱਤਾ, ਤੇ ਗਾਂ ਵੀ ਉਹ ਆਪਣੀਆਂ ਜਿਹੜੀਆਂ ਜੜ੍ਹਾਂ ਆ ਉੱਥੇ ਲਾਉਣ ਦਾ ਯਤਨ ਕਰਨਗੇ, ਕਿਉਂਕਿ ਜਿਹੜੀ ਉਹ ਮਦਦ ਕਰਦਾ ਇੱਕ ਦੇਸ਼ ਦੂਜੇ ਦੇਸ਼ ਦੀ, ਉਹ ਕੋਈ ਲੋਕ ਭਲਾਈ ਵਾਲੀ ਗੱਲ ਤਾਂ ਕਰਦਾ ਨਹੀਂਗਾ, ਉਹਦਾ ਆਪਣਾ ਇੱਕ ਇੰਟਰਸਟ ਹੁੰਦਾ ਹੈਗਾ, ਆਪਣਾ ਹਿੱਤ ਹੁੰਦਾ ਆ। ਸੋ
ਆਉਣ ਵਾਲੇ ਦਿਨਾਂ ਦੇ ਵਿੱਚ ਇਹ ਦੇਖਿਆ ਜਾਏਗਾ ਵੀ ਚੀਨ ਤੇ ਰੂਸ ਉੱਥੇ ਕਿੱਦਾਂ ਇੰਟਰਵੀਨ ਕਰਦੇ ਆ, ਕਿੱਦਾਂ ਆਪਣੀਆਂ ਜੜ੍ਹਾਂ ਲਾਉਂਦੇ ਆ, ਕੀ ਕਰਦੇ ਆ, ਤੇ ਇਹ ਸਪਸ਼ਟ ਹੋ ਜਾਏਗਾ ਜੀ ਆਉਣ ਵਾਲੇ ਦਿਨਾਂ 'ਚ। ਅਜੇ ਤਾਂ ਆ ਜਿਹੜੇ ਉੱਥੇ ਰੌਲਾ ਰੱਪਾ ਆ ਜਿਹਦੇ ਵਿੱਚ ਆਮ ਲੋਕ ਜਿਹੜੇ ਆ ਉਹ ਪਿਸ ਰਹੇ ਆ, ਜਿਹੜੇ ਬਾਹਰਲੇ ਲੋਕ ਆ ਜਿਨ੍ਹਾਂ ਨੇ ਉੱਥੋਂ ਨਿਕਲਣਾ ਆ, ਉਹਨਾਂ ਦੀ ਜ਼ਿੰਦਗੀ ਦਾ ਸਵਾਲ ਹੈਗਾ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਇਹ ਗੱਲਾਂ ਸਪਸ਼ਟ ਹੋ ਜਾਣਗੀਆਂ। ਆਪਣੇ ਕਾਲੋਂ ਸਾਹਿਬ ਜੇ ਅਫਗਾਨਿਸਤਾਨ ਦੀ ਗੱਲ ਕਰ ਰਹੇ ਹਾਂ ਤੇ ਉਹ ਜਿਹੜੇ ਤਾਲਿਬਾਨ ਨੇ, ਆਪਾਂ ਜਦੋਂ ਇੱਥੇ ਬੈਠੇ ਗੱਲ ਕਰਦੇ ਹਾਂ ਤੇ ਸਾਨੂੰ ਇਹ ਲੱਗਦਾ ਕਿ ਤਾਲਿਬਾਨ ਇੱਕ ਹੀ ਫੋਰਸ ਦਾ ਨਾਂ ਆ। ਤਾਲਿਬਾਨ ਵਿੱਚ ਵੀ ਬੜੇ ਗਰੁੱਪ ਨੇ। ਹੁਣ ਉਹਨਾਂ ਦੀ ਆਪਸੀ ਵੀ ਕਸ਼ਮਕਸ਼ ਸ਼ੁਰੂ ਹੋ ਜਾਣੀ ਆ ਕਿ ਰਾਜ ਸੱਤਾ 'ਚ ਕਿੰਨੇ ਕਿੰਨਾ ਹਿੱਸਾ ਬਣਾਉਣਾ ਆ। ਤੇ ਜਿਸ ਤਰੀਕੇ ਨਾਲ ਆਪਾਂ ਦੇਖਦੇ ਹਾਂ, ਭਾਵੇਂ ਬਦਲਿਆ ਤਾਲਿਬਾਨ ਆ ਚਾਹੇ ਕੁਝ ਵੀ ਆ, ਉਹ ਹੈ ਤਾਂ ਇੱਕ ਕਬੀਲਿਆਂ ਵਾਲਾ ਹੀ ਕਲਚਰ ਹੈ ਨਾ ਜੀ। ਤੇ ਜਿਹੜਾ ਤਾਕਤਵਰ ਆ, ਜਿਹਦੇ ਬਾਜੂ 'ਚ ਜ਼ਿਆਦਾ ਜ਼ੋਰ ਹੈ, ਉਹ ਹੀ ਉੱਥੇ ਜਿਹੜੀਆਂ ਚੀਜ਼ਾਂ ਦੇ ਉੱਤੇ ਕਾਬਜ ਹੋਏਗਾ। ਸੋ ਵਿਦਿਨ ਤਾਲਿਬਾਨ ਵੀ ਜਿਹੜੇ ਗਰੁੱਪ ਨੇ ਉਹਨਾਂ ਵਿੱਚ ਵੀ ਖਿਚਾਅ ਹੋਏਗਾ। ਇੱਕ ਤੇ ਇਹ ਗੱਲ ਆਉਣ ਵਾਲੇ ਦਿਨਾਂ 'ਚ ਨਜ਼ਰ ਆਉਂਦੀ ਆ। ਇੱਕ ਜਿੱਥੇ ਅਬਦੁੱਲਾ ਏਰੀਆ ਜਿਹੜਾ ਚਾਈਨਾ ਨਾਲ ਲੱਗਦਾ ਇਲਾਕਾ ਹੈ ਉੱਪਰ ਵਾਲਾ, ਜਿੱਥੇ ਸ਼ਾਇਦ ਨਾਰਥ ਵੈਸਟ ਉਹਨਾਂ ਦਾ ਪ੍ਰੋਵਿੰਸ ਇਲਾਕਾ ਹੈ ਉੱਧਰ ਦਾ, ਜਿੱਥੇ ਹਜ਼ਾਰਾ ਨਾਂ ਦੀ ਇੱਕ ਕੌਮ ਹੈ ਵੱਖਰੀ ਥੋੜ੍ਹੀ ਜਿਹੀ ਮੰਗੋਲ ਟਾਈਪ, ਉਹਨਾਂ ਦਾ ਕਲਚਰ ਬਿਲਕੁਲ ਵੱਖਰਾ। ਉਹ ਤਾਲਿਬਾਨ ਨੂੰ ਬਿਲਕੁਲ ਅਸੈਪਟ ਨਹੀਂ ਕਰਦੇ ਔਰ ਨਾ ਹੀ ਤਾਲਿਬਾਨ ਦਾ ਉਸ ਇਲਾਕੇ 'ਚ ਕੋਈ ਹੋੜ ਦੱਸਿਆ ਜਾ ਰਿਹਾ। ਇੱਕ ਤੇ ਇਹ ਦੋ ਗੱਲਾਂ। ਤੇ ਤੀਜੀ ਗੱਲ ਇਹ ਕਿ ਪਾਕਿਸਤਾਨ ਭਾਵੇਂ ਤਾਲਿਬਾਨ ਦੇ ਆਉਣ 'ਤੇ ਖੁਸ਼ ਵੀ ਆ। ਅੱਜ ਇਮਰਾਨ ਖਾਨ ਦਾ ਵੀ ਬਿਆਨ ਆਇਆ ਹੈ ਕਿ ਅਸੀਂ ਵੈਲਕਮ ਕਰਦੇ ਹਾਂ ਕਿ ਉੱਥੋਂ ਦੇ ਲੋਕਾਂ ਦੀ ਜਿੱਤ ਹੋਈ ਆ। ਹਾਲਾਂਕਿ ਕਿਉਂਕਿ ਆਪਾਂ ਦੇਖਦੇ ਹਾਂ ਕਿ ਉਹ ਬੜੇ ਲੰਬੇ ਸਮੇਂ ਤੋਂ ਇਹ ਦੇਖ ਰਹੇ ਸੀ ਕਿ ਅਫਗਾਨਿਸਤਾਨ ਦੀ ਜਿਹੜੀ ਅਸ਼ਰਫ ਗਨੀ ਦੀ ਸਰਕਾਰ ਆ ਉਹ ਭਾਰਤ ਦੇ ਜ਼ਿਆਦਾ ਨੇੜੇ ਆ ਤੇ ਪਾਕਿਸਤਾਨ ਨੂੰ ਇਹ ਬਹੁਤ ਪਿੰਚ ਕਰਦਾ ਸੀ। ਇੱਥੇ ਵੀ ਜੇ ਕੋਈ ਪਾਕਿਸਤਾਨੀ ਭਰਾ ਭੈਣ ਨਾਲ ਗੱਲ ਕਰੋਗੇ ਤੇ ਉਹ ਤੁਹਾਨੂੰ ਬਾਰ-ਬਾਰ ਇੱਦਾਂ ਜਤਾਉਂਦੇ ਸੀ ਕਿ ਇੱਕ ਕਿਸਮ ਨਾਲ ਭਾਰਤ ਉੱਥੇ ਰੂਲ ਕਰ ਰਿਹਾ। 22 ਸਫਾਰਤਖਾਨੇ ਉਹਨਾਂ ਖੋਲ੍ਹੇ ਹੋਏ ਆ ਕਿ ਕਿਹੜਾ ਮੁਲਕ ਆ ਜਿੱਥੇ ਇੰਨੇ ਸਫਾਰਤਖਾਨੇ ਖੋਲ੍ਹੇ ਹੋਣ। ਉਹ ਇਹ ਭੁੱਲ ਜਾਂਦੇ ਸੀ ਕਿ ਉੱਥੇ ਡਿਵੈਲਪਮੈਂਟ ਦਾ ਕਾਫੀ ਕੰਮ ਭਾਰਤ ਵੱਲੋਂ ਕੀਤਾ ਗਿਆ। ਪਰ ਪਾਕਿਸਤਾਨ ਨੂੰ ਇਸ ਗੱਲ ਦਾ ਇਸ ਵੇਲੇ ਜਿਹੜਾ ਹੈ ਨਾ ਘੱਟੋ ਘੱਟ ਤਸੱਲੀ ਮਿਲ ਰਹੀ ਆ ਕਿ ਉੱਥੇ ਭਾਰਤ ਦੇ ਪੱਖ ਦੀ ਸਰਕਾਰ ਨਹੀਂ ਰਹੀ ਤੇ ਤਾਲਿਬਾਨ ਨਾਲ ਭਾਰਤ ਨਾਲ ਰਿਸ਼ਤਾ ਕੋਈ ਬਣ ਨਹੀਂ ਸਕਿਆ। ਸੋ ਆਉਣ ਵਾਲੇ ਸਮੇਂ 'ਚ ਪਾਕਿਸਤਾਨ ਨਾਲ ਕੀ ਹੋਏਗੀ ਇਹ ਤੇ ਦੇਖਿਆ ਜਾਊਗਾ। ਕੁਝ ਖਬਰਾਂ ਇੱਦਾਂ ਦੀਆਂ ਵੀ ਆ ਰਹੀਆਂ ਨੇ ਕਿ ਜਿੱਥੇ ਪਾਕਿਸਤਾਨ ਨਾਲ ਲੱਗਦਾ ਬਾਰਡਰ ਹੈ ਉੱਥੇ ਵੀ ਤਾਲਿਬਾਨ ਫੌਜਾਂ ਪਹੁੰਚ ਗਈਆਂ, ਦੂਜੀਆਂ ਫੌਜਾਂ ਨੂੰ ਉਹਨਾਂ ਪਿੱਛੇ ਭੇਜਤਾ ਤੇ ਹੁਣ ਪਾਕਿਸਤਾਨੀ ਫੌਜ ਦੀਆਂ ਜਿਹੜੀਆਂ ਚੌਂਕੀਆਂ ਨੇ ਉਹਨਾਂ ਨੂੰ ਉਹ ਵਿਅੰਗ ਕੱਸ ਰਹੇ ਨੇ, ਟਿਚਰਾਂ ਕਰ ਰਹੇ ਨੇ ਵੀ ਲਓ ਅਸੀਂ ਵਾਪਸ ਆ ਗਏ ਹਾਂ। ਹਾਲਾਂਕਿ ਪਾਕਿਸਤਾਨ ਵਾਲੇ ਵੀ ਤਾਲਿਬਾਨ ਜਿਹੜੇ ਅਫਗਾਨੀ ਤਾਲਿਬਾਨ ਹੈ ਉੱਤੇ ਬੜਾ ਦੋਸ਼ ਧਰਦੇ ਰਹੇ ਨੇ ਕਿ ਸਾਡੇ ਮੁਲਕ 'ਚ ਉਹ ਡਿਸਟਰਬੈਂਸ ਪਾਉਂਦੇ ਨੇ। ਸੋ ਉਹਨਾਂ ਦੇ ਵੀ ਇੰਨੇ ਸੌਖੇ ਹਾਲਾਤ ਨਹੀਂ, ਚਾਹੇ ਮੁਸਲਿਮ ਕੰਟਰੀ ਆ। ਪਾਕਿਸਤਾਨ ਨੂੰ ਜਿਵੇਂ ਪਹਿਲਾਂ ਮੁਜਾਹਿਦੀਨ ਵਾਲਾ ਮਜ਼ਾ ਪਾਕਿਸਤਾਨ ਨੂੰ ਚੱਖਣਾ ਪਿਆ ਸੀਗਾ ਤੇ ਅਮਰੀਕਾ ਨੇ ਆਪਣਾ ਹੱਥ ਖਿੱਚ ਲਿਆ ਤੇ ਹੁਣ ਫਿਰ ਪਾਕਿਸਤਾਨ ਵਿੱਚ ਵੀ ਦਹਿਸ਼ਤਗਰਦੀ ਦਾ ਦੌਰ ਦੁਬਾਰਾ ਸ਼ੁਰੂ ਹੋ ਸਕਦਾ ਹੈ। ਦੇਖੋ ਜੀ, ਜਿਹੜੀ ਇਹ ਤਾਕਤ ਹੈਗੀ ਆ ਤਾਲਿਬਾਨ ਦੀ, ਇਹ ਭਾਵੇਂ ਇਹ ਵੀ ਮੁਸਲਮਾਨ ਨੇ ਪਰ ਇਹ ਅਫਗਾਨੀ ਮੁਸਲਮਾਨ ਨੇ। ਅਫਗਾਨੀ ਮੁਸਲਮਾਨਾਂ ਦਾ ਤੇ ਜਿਹੜੇ ਪਾਕਿਸਤਾਨੀ ਮੁਸਲਮਾਨ ਆ ਇਹਨਾਂ ਦਾ ਬਹੁਤਾ ਆਪਸ ਦੇ ਵਿੱਚ ਸੁਰ ਨਹੀਂ ਰਹਿੰਦੀ। ਤੇ ਦੂਜੀ ਗੱਲ ਇਹ ਹੈਗੀ ਆ ਕਿ ਉਹਨਾਂ ਨੇ ਜਦੋਂ ਅਫਗਾਨ ਸਰਕਾਰ ਜਿਹੜੀ ਆ ਉਹ ਢਾਲੀ ਆ ਤੇ ਉਹਨਾਂ ਤੋਂ ਇਹ ਤਵੱਕੋ ਕੀਤੀ ਜਾ ਸਕਦੀ ਆ ਕਿ ਉਹ ਪਾਕਿਸਤਾਨ ਵਾਲੇ ਪਾਸੇ ਨੂੰ ਵੀ ਮੁਸ਼ਕਲਾਂ ਪੈਦਾ ਕਰ ਸਕਦੇ ਆ। ਤੇ ਪਾਕਿਸਤਾਨ ਭਾਵੇਂ ਅੱਜ ਵੈਲਕਮ ਕਰਦਾ ਆ ਪਰ ਇਸ ਕਿਸਮ ਦੀ ਜਿਹੜੀ ਤਾਕਤ ਹੈਗੀ ਆ ਉਹਨੂੰ ਵੈਲਕਮ ਕਰਕੇ ਵੀ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਉਹ ਤੁਹਾਡੇ ਨਾਲ ਸੁਰ ਮਿਲਾ ਕੇ ਚੱਲਣਗੇ ਜਾਂ ਤੁਹਾਡੇ ਹਿਸਾਬ ਨਾਲ ਹੀ ਚੱਲਣਗੇ। ਹਾਂ, ਇਹ ਜ਼ਰੂਰ ਆ ਪਾਕਿਸਤਾਨ ਨੂੰ ਇਸ ਗੱਲ ਦੀ ਖੁਸ਼ੀ ਜ਼ਰੂਰ ਹੋ ਸਕਦੀ ਆ ਕਿ ਜਿਹੜੀ ਅਫਗਾਨਿਸਤਾਨ 'ਚ ਗੌਰਮੈਂਟ ਸੀਗੀ ਜਿਹਨੂੰ ਹੁਣ ਤਾਲਿਬਾਨਾਂ ਨੇ ਉਲਟਾ ਦਿੱਤਾ ਹੈਗਾ, ਉਹ ਡੈਫੀਨੇਟਲੀ ਇੰਡੀਆ ਨਾਲ ਉਹਦੇ ਚੰਗੇ ਸੰਬੰਧ ਸੀਗੇ ਔਰ ਪਾਕਿਸਤਾਨ ਨੂੰ ਇਸ ਗੱਲ ਦੀ ਖੁਸ਼ੀ ਹੋ ਸਕਦੀ ਆ ਕਿ ਸਾਡੇ ਦੁਸ਼ਮਣ ਦਾ ਦੋਸਤ ਜਿਹੜਾ ਹੈਗਾ ਵੀ ਉਹ ਦੇਖੋ ਉੱਥੋਂ ਸ਼ਿਕਸਤ ਖਾ ਗਿਆ, ਹਾਰ ਖਾ ਗਿਆ। ਤੇ ਦੂਜੇ ਬੰਨੇ ਜੇ ਗਿੱਲ ਸਾਹਿਬ ਇੰਡੀਆ ਵਾਲੇ ਪਾਸੇ ਦੇਖੀਏ ਤਾਂ ਇੰਡੀਆ ਲਈ ਇਹ ਇੱਕ ਮੁਸ਼ਕਲ ਖੜੀ ਹੋ ਗਈ ਆ ਕਿਉਂਕਿ ਭਾਰਤ ਜਿਹੜਾ ਉਹਦੇ ਗੁਆਂਢੀਆਂ ਨਾਲ ਪਹਿਲਾਂ ਹੀ ਕੋਈ ਚੰਗੇ ਸੰਬੰਧ ਨਹੀਂ ਗੇ, ਨਾ ਬੰਗਲਾਦੇਸ਼ ਨਾਲ, ਨਾ ਚੀਨ ਨਾਲ, ਨਾ ਈਵਨ ਨੇਪਾਲ ਨਾਲ ਵੀ। ਤੇ ਹੁਣ ਜਿਹੜਾ ਇੱਕ ਖਿੱਤਾ ਇਹਦਾ ਦੋਸਤਾਨਾ ਜਿਹਦੇ ਨਾਲ ਰਿਲੇਸ਼ਨ ਸੀਗਾ ਉਹ ਵੀ ਉਹਨਾਂ ਕੋਲ ਚਲ ਗਿਆ, ਤਾਲਿਬਾਨਾਂ ਕੋਲ। ਤੇ ਹੁਣ ਹਰ ਗੁਆਂਢੀ ਜਿਹੜਾ ਆ ਉਹ
ਭਾਰਤ ਦਾ ਵਿਰੋਧੀ ਗੁਆਂਢੀ ਆ, ਔਰ ਭਾਰਤ ਦੇ ਜਿਹੜੇ ਇਸ ਵੇਲੇ ਗਵਰਨਮੈਂਟ ਆ, ਮੋਦੀ ਸਾਹਿਬ ਦੀ ਅਗਵਾਈ 'ਚ ਚੱਲ ਰਹੀ, ਉਹਨਾਂ ਨੇ ਵਿਦੇਸ਼ ਪਾਲਿਸੀ ਬਾਰੇ ਜਾਂ ਵਿਦੇਸ਼ੀਆਂ ਨਾਲ, ਗੁਆਂਢੀਆਂ, ਖਾਸ ਕਰਕੇ ਗੁਆਂਢੀਆਂ ਨਾਲ ਆਪਣੇ ਸਬੰਧ ਚੰਗੇ ਬਣਾਉਣ ਦਾ ਕੋਈ ਯਤਨ ਹੀ ਨਹੀਂ ਕੀਤਾ। ਉਹ ਸਿਰਫ ਤੇ ਸਿਰਫ ਭਾਰਤ ਦੇ ਵਿੱਚ ਆਪਣਾ ਜਿਹੜਾ ਹਿੰਦੂਤਵ ਏਜੰਡਾ ਹੈਗਾ ਉਹਨੂੰ ਲਾਗੂ ਕਰਨ ਦੀਆਂ ਹੀ ਕੋਸ਼ਿਸ਼ਾਂ ਦੇ ਵਿੱਚ ਪਏ ਆ, ਜਾਂ ਆਪਣੀ ਵਾਹ ਜਾਂ ਆਪਣੀ ਜਿਹੜੀ ਸੈਲਫ ਪ੍ਰੋਜੈਕਸ਼ਨ ਹੈਗੀ ਆ ਉਹ ਕਰਨ ਡਏ ਨੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਗਿੱਲ ਸਾਹਿਬ, ਭਾਰਤ ਲਈ ਵਾਕਿਆ ਹੀ ਇਧਰੋਂ ਮੁਸ਼ਕਲਾਂ ਪੈਦਾ ਹੋ ਸਕਦੀਆਂ ਆ, ਔਰ ਪਾਕਿਸਤਾਨ ਵੀ ਇਹਨਾਂ ਮੁਸ਼ਕਲਾਂ ਤੋਂ ਬਚ ਨਹੀਂ ਸਕਦਾ, ਕਿਉਂਕਿ ਜਿਹਦੇ ਹੱਥ ਬੰਦੂਕ ਆ ਨਾ, ਉਹਦਾ ਕੋਈ ਮਿੱਤਰ ਇਸ ਤਰ੍ਹਾਂ ਪੱਕਾ ਨਹੀਂ ਹੋ ਸਕਦਾ। ਇੱਕ ਪਾਸੇ ਹਾਲਾਤ ਇਹ ਬਣੇ ਨੇ ਕਿ ਭਾਰਤ ਨੂੰ ਆਪਣਾ ਬਿਸਤਰਾ ਗੋਲ ਕਰਕੇ ਉੱਥੋਂ ਆਉਣਾ ਪਿਆ ਆ, ਸਾਰੇ ਸਫਾਰਤਖਾਨੇ ਬੰਦ ਕਰਨੇ ਪਏ, ਔਰ ਉੱਥੋਂ ਸਾਰੇ ਲੋਕਾਂ ਨੂੰ ਕੱਢਿਆ ਵੀ ਨਹੀਂ ਜਾ ਸਕਿਆ। ਇੰਨੀ ਤੇਜ਼ੀ ਨਾਲ ਘਟਨਾਵਾਂ ਵਾਪਰੀਆਂ, ਜਿਹੜੇ ਲੋਕ ਗੈਸ ਕਰ ਰਹੇ ਸੀ ਕਿ ਸ਼ਾਇਦ ਅਜੇ 8-9 ਮਹੀਨੇ ਲੱਗ ਜਾਣੇ ਆ। 11 ਸਤੰਬਰ ਦਾ ਸਮਾਂ ਦਿੱਤਾ ਸੀਗਾ ਵੀ 11 ਸਤੰਬਰ ਤੋਂ ਬਾਅਦ 8-9 ਮਹੀਨੇ ਤਾਲਿਬਾਨ ਨੂੰ ਪੂਰਾ ਕੰਟਰੋਲ ਕਰਨ ਤੇ ਲੱਗ ਜਾਣੇ ਆ, ਤੇ ਕਾਫੀ ਜਗ੍ਹਾ ਸਮਾਂ ਮਿਲ ਜਾਏਗਾ ਕਿ ਮੁਲਕ ਆਪਣੇ ਆਪਣੇ ਨਾਗਰਿਕਾਂ ਨੂੰ ਉੱਥੋਂ ਸੇਫਲੀ ਸ਼ਿਫਟ ਕਰ ਸਕਣਗੇ। ਪਰ ਇਹਨਾਂ ਮੌਕਾ ਕਿਸੇ ਦੇ ਹੱਥ ਨਹੀਂ ਲੱਗਾ। ਇੱਥੋਂ ਤੱਕ ਕਿ ਏਅਰ ਇੰਡੀਆ ਦੀ ਜਿਹੜੀ ਫਲਾਈਟ ਜਾਣੀ ਸੀ ਕਾਬਲ ਤੋਂ ਆਪਣੇ ਲੋਕਾਂ ਨੂੰ ਲੈਣ ਲਈ, ਉਹ ਵੀ ਨਹੀਂ ਉੱਡ ਸਕੀ। ਹਾਲਾਤ ਇਹਨੇ ਇੱਕਦਮ ਬਦਤਰ ਹੋ ਗਏ। ਔਰ ਜਿਹੜਾ 에ਅਰਪੋਰਟ ਹੈ ਕਾਬਲ ਵਾਲਾ, ਪਹਿਲਾਂ ਤੁਰਕੀ ਉਹਨੂੰ ਕੰਟਰੋਲ ਕਰ ਰਿਹਾ ਸੀ, ਹੁਣ ਕਿਹਾ ਜਾ ਰਿਹਾ ਕਿ 7000 ਦੇ ਕਰੀਬ ਦੁਬਾਰਾ ਇਹਨਾਂ ਨੂੰ ਫੌਜੀ ਭੇਜਣੇ ਪਏ ਨੇ ਆਪਣੇ ਲੋਕਾਂ ਨੂੰ ਉੱਥੋਂ ਕੱਢਣ ਵਾਸਤੇ ਅਮਰੀਕਾ ਨੂੰ। ਤੇ ਅਮਰੀਕਨ ਸੋਰਸਿਸ ਕਹਿ ਰਹੇ ਨੇ ਕਿ ਜਿਹੜਾ 에ਅਰਪੋਰਟ ਆ ਉਹ 'ਤੇ ਕੰਟਰੋਲ ਸਾਡਾ ਆ, ਪਰ ਭਾਰਤ ਦੀ ਕੋਈ ਉਡਾਨ ਉੱਥੇ ਨਹੀਂ ਜਾ ਰਹੀ। ਪਰ ਭਾਰਤ ਦੇ ਜਿਹੜੀ ਲੀਡਰਸ਼ਿਪ ਆ ਉਹਦੀ ਹਾਲਤ ਵੇਖੋ ਕਿ ਜਦੋਂ ਇਹੋ ਜਿਹਾ ਵੇਲਾ ਆਉਂਦਾ, ਬਿਆਨ ਦੇਣ ਲਈ ਸਕੱਤਰ ਨੂੰ ਅੱਗੇ ਕਰ ਦਿੰਦੇ ਨੇ। ਹੁਣ ਵਿਦੇਸ਼ ਸਕੱਤਰਾਂ ਦਾ ਬਿਆਨ ਆਇਆ, ਕੋਈ ਗਾਬਾ ਸਾਹਿਬ ਨੇ, ਕਿ ਅਸੀਂ ਉੱਥੇ ਫਸੇ ਲੋਕਾਂ ਦੇ ਸੰਪਰਕ ਵਿੱਚ ਹਾਂ ਤੇ ਬੜੀ ਜਲਦੀ ਉਹਨਾਂ ਨੂੰ ਕੱਢ ਲਿਆ ਜਾਏਗਾ। ਹਾਲਾਤ ਇਹ ਆ ਕਿ ਉੱਥੋਂ ਮਤਲਬ ਤੁਹਾਡਾ ਤਾਲਿਬਾਨ ਨਾਲ ਤੇ ਸੰਪਰਕ ਹੋਇਆ ਹੀ ਨਹੀਂ। ਹਾਲਾਂਕਿ ਕਿਹਾ ਜਾ ਰਿਹਾ ਸੀ ਕਿ ਗੁਪਤ 1-2 ਮੀਟਿੰਗਾਂ ਇਹਨਾਂ ਦੀਆਂ ਦੋਹਾਂ 'ਚ ਚੱਲ ਰਹੀਆਂ ਸੀਗੀਆਂ, ਪਰ ਤਾਲਿਬਾਨ ਨਾਲ ਇਹਨਾਂ ਦੀ ਤਹਿ ਬਹਿ ਨਹੀਂ ਸਕੀ ਕੋਈ। ਭਾਰਤ ਵਾਲੀ ਜਿਹੜੀ ਡਿਪਲੋਮੈਸੀ ਉਹ ਫੇਲ ਹੋਈ ਉੱਥੇ। ਤੇ ਹੁਣ ਇਹ ਕਿੱਦਾਂ ਦਾਅਵਾ ਕਰ ਸਕਦੇ ਕਿ ਉੱਥੇ ਹਿੰਦੂ ਸਿੱਖਾਂ ਨੂੰ ਅਸੀਂ ਸੇਫਲੀ ਬਾਹਰ ਕੱਢ ਲਾਂਗੇ? ਇਹ ਦਾਅਵਾ ਹੀ ਕਰਨਾ ਹੈ ਜੀ। ਇਹ ਜਿੱਦਾਂ ਤੁਸੀਂ ਕਿਹਾ ਵੀ ਉਹ ਜਿਹੜਾ ਆਪਣਾ ਵਿਦੇਸ਼ ਸਕੱਤਰ ਆ, ਉਹ ਇਹ ਕਹਿ ਰਿਹਾ ਵੀ ਅਸੀਂ ਉਹਨਾਂ ਦੇ ਸੰਪਰਕ 'ਚ ਆ, ਤੇ ਸੰਪਰਕ ਨੂੰ ਉਹਨਾਂ ਨੇ ਚੱਟਣਾ ਆ। ਸਵਾਲ ਤਾਂ ਇਹਨਾਂ ਪੁੱਛਿਆ ਸੰਪਰਕ 'ਚ ਕਿੱਦਾਂ ਉਹਨਾਂ ਨੂੰ, ਉਹ ਕੀ ਆਪਣਾ ਵਾਈਫਾਈ ਤੇ ਕੋਈ ਮਾੜਾ ਮੋਟਾ ਜਿਹੜਾ ਹੁੰਦਾ WhatsApp ਤੇ ਸੰਪਰਕ ਕਿਹਾ ਕਿ ਕੋਈ ਸਰਕਾਰੀ ਪੱਖ ਤੋਂ ਸੰਪਰਕ ਕਿਹਾ ਕਿ ਉਹਨਾਂ ਨੂੰ ਸੇਫ ਰੱਖਿਆ ਗਿਆ ਉੱਥੇ? ਗੁਰਦੁਆਰੇ 'ਚ ਲੋਕ ਬੈਠੇ ਹੋਏ ਆ, ਕਿਸੇ ਪੱਧਰ ਤੇ ਵੀ ਸੰਪਰਕ ਦੀ ਸੰਭਾਵਨਾ ਨਹੀਂ ਹੈ। ਤੇ ਇਹ ਕਹਿਣਾ ਹੀ ਜਿਹੜਾ ਹੈਗਾ, ਇਹ ਐਵੇਂ ਇੱਕ ਗੁੰਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਆ ਵੀ ਅਸੀਂ ਸੰਪਰਕ 'ਚ ਹਾਂ ਜੀ। ਸੰਪਰਕ ਦਾ ਮਤਲਬ ਹੀ ਕੋਈ ਨਹੀਂ। ਜੇ ਤੁਹਾਡਾ ਸੰਪਰਕ ਆ ਤਾਂ ਤੁਸੀਂ ਉੱਥੋਂ ਉਹਨਾਂ ਨੂੰ ਕੱਢ ਕੇ ਲਿਆਓ। ਜੇ ਤੁਸੀਂ ਉਹਨਾਂ ਦੀ ਮਦਦ ਕਰਨੀ ਆ ਤਾਂ ਮਦਦ ਇਹ ਕਹਿਣ ਨਾਲ ਤਾਂ ਹੁੰਦੀ ਨਹੀਂ ਗੀ ਵੀ ਅਸੀਂ ਜੀ ਉਹਨਾਂ ਦੇ ਸੰਪਰਕ 'ਚ ਆ। ਸੋ ਇਸ ਕਰਕੇ ਇਹ ਸਭ ਹਵਾਈ ਗੱਲਾਂ ਆ, ਔਰ ਵਾਕਿਆ ਹੀ ਇਹ ਠੀਕ ਆ ਕਿ ਉੱਥੇ ਹੁਣ ਹੋਰ ਕਿਸੇ ਦਾ ਵੀ ਕੰਟਰੋਲ ਨਹੀਂ ਹੈ, ਤੇ ਇਹਦੇ ਕਰਕੇ ਅਮਰੀਕਾ ਵਾਲੇ ਵੀ ਟਰਬਲ 'ਚ ਹੈਗੇ ਆ, ਤਾਂ ਜਿਹੜੇ ਭਾਰਤ ਵਾਲੇ ਆ ਉਹ ਵੀ ਟਰਬਲ 'ਚ ਹੈਗੇ ਆ। ਅਮਰੀਕਾ ਤੇ ਯੂਰਪ ਵਾਲੇ ਤੇ ਸਰ ਵਿਚਕਾਰ ਵਿਚੋਲੇ ਪਾ ਕੇ ਉਹਨਾਂ ਕੋਲੋਂ ਆਪਣੇ ਰਹਿੰਦੇ ਲੋਕਾਂ ਨੂੰ ਕੱਢਣ ਲਈ ਜਿਹੜੇ ਆ ਉਹ ਇੱਕ ਕਿਸਮ ਦੀਆਂ ਉਹਨਾਂ ਦੀਆਂ ਮਿੰਨਤਾਂ ਕਰ ਰਹੇ ਆ ਵੀ ਸਾਡੇ ਲੋਕਾਂ ਨੂੰ ਕੱਢ ਲੈਣ ਦਿਓ। ਤੁਹਾਨੂੰ ਪਤਾ ਇੱਕ ਜਹਾਜ਼ ਉੱਥੋਂ ਨਿਕਲਿਆ ਤੇ ਕਿੰਨੀ ਬੁਰੀ ਹਾਲਤ ਹੋਈ ਆ। ਤੇ ਜੋ ਬਾਈਡਨ ਦੇ ਲਈ ਤੇ ਕਹਿ ਰਹੇ ਆ ਜੀ ਸਾਡਾ ਕਸੂਰ ਹੀ ਕੋਈ ਨਹੀਂਗਾ, ਇਹ ਤੇ ਉੱਥੋਂ ਦੀ ਜਿਹੜੀ ਲੋਕਲ ਲੀਡਰਸ਼ਿਪ ਆ, ਉਹ ਜੋ ਹਾਲਾਤ ਆ, ਸਾਰੀ ਜ਼ਿੰਮੇਵਾਰੀ ਉਹਨਾਂ ਦੀ ਆ, ਸਾਡੀ ਕੋਈ ਜ਼ਿੰਮੇਵਾਰੀ ਨਹੀਂ ਆ। ਇਹ ਵੀ ਮੇਰਾ ਖਿਆਲ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਨ ਵਾਲੀ ਗੱਲ ਆ। ਤੁਹਾਡੀ ਕਿਉਂ ਨਹੀਂ ਜ਼ਿੰਮੇਵਾਰੀ? ਤੁਹਾਡੇ ਨਾਗਰਿਕ ਹੈਗੇ ਆ, ਉਹ ਤੁਸੀਂ ਦੇਸ਼ ਦੇ ਉੱਤੇ ਰਾਜ ਕਰਦੇ ਹੋ, ਤੇ ਆਪਣੇ ਨਾਗਰਿਕਾਂ ਨੂੰ ਬਚਾਉਣ ਦੀ ਤੁਹਾਡੀ ਜ਼ਿੰਮੇਵਾਰੀ ਆ। ਹੋਰ ਕਿਹਦੀ ਜ਼ਿੰਮੇਵਾਰੀ ਹੋ ਸਕਦੀ ਆ? ਇਹ ਤਾਂ ਇੱਕ ਗੈਰ ਜ਼ਿੰਮੇਵਾਰਾਨਾ ਬਿਆਨ ਕਹਿ ਸਕਦੇ ਆਪਾਂ। ਹਾਲਾਤ ਹੁਣ ਇਦਾਂ ਦੇ ਬਣ ਗਏ ਜੀ। ਪਾਕਿਸਤਾਨ ਜਿਹੜਾ, ਜਦੋਂ ਕਿਤੇ ਪਾਕਿਸਤਾਨ ਸਟ੍ਰੈਟੇਜਿਕ ਪਾਰਟਨਰ ਹੁੰਦਾ ਸੀਗਾ, ਐਰਕੀ ਬੜੀ ਇਹਨਾਂ ਕੋਸ਼ਿਸ਼ ਕੀਤੀ ਕਿ ਸਾਨੂੰ 에ਅਰਪੋਰਟ ਪਾਕਿਸਤਾਨ ਵਾਲੇ ਵਰਤਣ ਨੂੰ ਦੇ ਦੇਣ ਤੇ ਅਸੀਂ ਅਫਗਾਨਿਸਤਾਨ 'ਚ ਘੱਟੋ ਘੱਟ ਆਪਣਾ ਹਵਾਈ ਦਖਲ ਜਿਹੜਾ ਉਹ ਰੱਖ ਸਕੀਏ। ਉਹ ਵੀ ਉਹਨਾਂ ਨੂੰ ਪਰਮਿਸ਼ਨ ਨਹੀਂ ਮਿਲੀ, ਕਿਉਂਕਿ ਇਸ ਵੇਲੇ ਪਾਕਿਸਤਾਨ ਸਮੁੱਚੇ ਤੌਰ ਤੇ ਅਮਰੀਕਾ ਨਾਲੋਂ ਕੱਟ ਕੇ ਚਾਈਨਾ ਦੀ ਝੋਲੀ 'ਚ ਪਿਆ ਹੋਇਆ, ਤੇ ਚਾਈਨਾ, ਰਸ਼ੀਆ ਤੇ ਪਾਕਿਸਤਾਨ ਦਾ ਇੱਕ ਗੁੱਟ ਉੱਥੇ ਬਣ ਰਿਹਾ, ਜਿਹੜਾ ਬਹੁਤ ਵੱਡੀ ਮੁਸ਼ਕਲ ਜਿਹੜੀ ਆ ਆਉਣ ਵਾਲੇ ਦਿਨਾਂ 'ਚ ਭਾਰਤ ਲਈ ਵੀ ਖੜੀ ਹੋ ਸਕਦੀ ਆ।
ਭਾਰਤ ਲਈ ਵੀ ਖੜੀ ਹੋ ਸਕਦੀ ਹੈ ਜੀ, ਸਾਰੀ ਦੁਨੀਆ ਲਈ ਵੀ ਖੜੀ ਹੋ ਸਕਦੀ ਆ। ਪਰ ਇੱਥੇ ਨਹੀਂ ਨਾ ਫਰਕ ਪੈਣਾ, ਅਮਰੀਕਾ ਬਹੁਤ ਦੂਰ ਆ, ਬਹੁਤ ਡਿਸਟੈਂਸ ਆ। ਇੱਥੇ ਤੇ ਕੋਈ ਗਰੀਲਾ ਹੀ ਮਾੜਾ ਮੋਟਾ ਕੋਈ ਬੰਬ ਬੁੰਬ ਵੀ ਚਲਾ ਸਕਣਗੇ ਨਾ। ਨਹੀਂ, ਮੈਂ ਇਸ ਪੱਖੋਂ ਨਹੀਂ ਕਹਿੰਦਾ ਵੀ ਲੜਾਈ ਹੋ ਪੈਣੀ ਉਹਨਾਂ ਨਾਲ ਆਣ ਕੇ। ਮੈਂ ਇਸ ਪੱਖੋਂ ਕਹਿੰਦਾ ਕਿ ਇਹ ਇੱਕ ਤਾਕਤ ਜਿਹੜੀ ਹੈਗੀ ਆ, ਇਹ ਵੱਖਰੀ ਕਿਸਮ ਦੀ ਦਾ ਕੰਬੀਨੇਸ਼ਨ ਜਿਹੜਾ ਹੈਗਾ, ਕੰਬੀਨੇਸ਼ਨ ਆਫ ਫੋਰਸਸ ਜਿਹੜਾ ਉਹ ਬਣ ਰਿਹਾ ਆ। ਤੇ ਇਹ ਜਿਹੜੀ ਅਮਨ ਸ਼ਾਂਤੀ ਹੈਗੀ ਹੈ ਦੁਨੀਆ ਦੀ, ਉਹਦੇ ਉਸ ਪੱਖ ਤੋਂ ਮੈਂ ਕਹਿੰਦਾ ਆ ਵੀ ਇਹ ਖਤਰਾ ਪੈਦਾ ਕਰ ਸਕਦਾ ਆ। ਜਦੋਂ ਇਸ ਖਿੱਤੇ ਦੇ ਵਿੱਚ ਅਮਨ ਚੈਨ ਨਹੀਂ ਰਹੇਗਾ ਤਾਂ ਦੁਨੀਆ ਜਿਹੜੀ ਆ ਉਹ ਅਣਭੇਜ ਤਾਂ ਰਹਿ ਨਹੀਂ ਸਕਦੀ। ਸੋ ਮੈਂ ਇਸ ਪੱਖੋਂ ਕਹਿ ਰਿਹਾ ਸੀਗਾ। ਚਲੋ ਕਾਲੋ ਸਾਹਿਬ, ਕਾਫੀ ਸਾਰੀਆਂ ਗੱਲਾਂ ਬਾਤਾਂ ਹੋ ਗਈਆਂ ਅਫਗਾਨਿਸਤਾਨ ਤੇ ਆਪਣੀ ਇਲੈਕਸ਼ਨ ਦੇ ਉੱਤੇ, ਤੇ ਕੱਲ ਨੂੰ ਆਪਾਂ ਦੁਬਾਰਾ ਆਪਣੀ ਇਲੈਕਸ਼ਨ ਜਿਹੜੀ ਇੱਥੋਂ ਵਾਲੀ ਉੱਤੇ ਡਿਟੇਲ 'ਚ ਹੋਰ ਜਾਣਕਾਰੀਆਂ ਜਿਹੜੀਆਂ ਆਪਣੇ ਦਰਸ਼ਕਾਂ ਨਾਲ ਕਰਦੇ ਰਹਾਂਗੇ ਹੁਣ ਸਾਂਝੀ, ਕਿਉਂਕਿ ਇਲੈਕਸ਼ਨ ਹੁਣ ਆਪਾਂ ਜਿੰਨੇ ਦਿਨ ਇਲੈਕਸ਼ਨ ਦੇ ਆ ਲਗਭਗ ਰੋਜ਼ ਹੀ ਉੱਤੇ ਮੰਥਨ ਹੁੰਦਾ ਰਹਿਣਾ। ਕੁਛ ਲੀਡਰ ਲੋਕ ਜਾਂ ਕੁਛ ਜਿਹੜੇ ਕੈਂਡੀਡੇਟਸ ਨੇ ਉਹ ਵੀ ਸਾਡੇ ਸਟੂਡੀਓ 'ਚ ਆ ਕੇ ਗੱਲਬਾਤ ਕਰਨਗੇ, ਤੇ ਆਪਾਂ ਵੀ ਉਹਨਾਂ ਨਾਲ ਜਿਹੜੀਆਂ ਡਿਟੇਲ 'ਚ ਗੱਲਾਂ ਬਾਤਾਂ ਕਰਦੇ ਰਵਾਂਗੇ। ਬਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ ਜੀ। ਜਾਣ ਤੋਂ ਪਹਿਲਾਂ ਜੀ ਮੈਂ ਇਹ ਦੱਸਣਾ ਚਾਹੁੰਦਾ ਵੀ ਅੱਗੇ ਅਸੀਂ ਹਾਕੀ ਦੀਆਂ ਗੱਲਾਂ ਕਰਦੇ ਰਹੇ ਹਾਂ, ਓਲੰਪਿਕਸ ਦੀਆਂ ਗੱਲਾਂ ਕਰਦੇ ਰਹੇ ਹਾਂ, ਤੇ ਇਹ ਗਿਲਾ ਕੀਤਾ ਜਾਂਦਾ ਰਿਹਾ ਵੀ ਪ੍ਰਗਟ ਸਿੰਘ ਨੂੰ ਨਾ ਤਾਂ ਅਕਾਲੀ ਗੌਰਮੈਂਟ ਨੇ ਤੇ ਨਾ ਹੀ ਕਾਂਗਰਸ ਗੌਰਮੈਂਟ ਨੇ ਖੇਡਾਂ ਦਾ ਮੰਤਰੀ ਬਣਾਇਆ, ਪਰ ਨਵਜੋਤ ਸਿੰਘ ਸਿੱਧੂ ਨੇ ਉਹਨੂੰ ਆਪਣਾ ਜਨਰਲ ਸਕੱਤਰ ਬਣਾ ਲਿਆ ਜੀ, ਇਹ ਪਤਾ ਲੱਗਿਆ। ਚਲੋ ਅੱਛੀ ਗੱਲ ਹੈ ਜੀ, ਦੋਸਤ ਵੀ ਨੇ ਦੋਨੇ, ਤੇ ਆਉਣ ਵਾਲੇ ਸਮੇਂ 'ਚ ਜੇ ਦੁਬਾਰਾ ਸਿੱਧੂ ਹੋਰੀ ਪਾਵਰ 'ਚ ਕਿਸੇ ਤਰੀਕੇ ਨੇ ਆਉਂਦੇ ਆ ਤੇ ਚਾਂਸ ਨੇ ਕਿ ਪ੍ਰਗਟ ਸਿੰਘ ਵਾਕਿਆ ਹੀ ਘੱਟੋ ਘੱਟ ਖੇਡ ਮੰਤਰੀ ਜ਼ਰੂਰ ਬਣਨਗੇ ਜੇ ਭਾਰਤ ਦੀ ਹਾਲਾਤ ਨੂੰ ਵੇਖੀਏ ਤਾਂ। ਚਲੋ ਬਹੁਤ ਸ਼ੁਕਰੀਆ ਕਾਲੋ ਸਾਹਿਬ, ਤੁਹਾਡਾ ਧੰਨਵਾਦ ਜੀ, ਬਹੁਤ ਸ਼ੁਕਰੀਆ। ਮਿਹਰਬਾਨੀ ਜੀ, ਮਿਹਰਬਾਨੀ।